सब तो पहला गोला अकाल तख्त साहब तो सुट्टिया इन्होंने। सवेरे आसा जी की वार का कीर्तन शुरू होया ही आ, कीर्तन शुरू होंदिया ही उन्होंने गोला सुट दिता है। जो ये रास्ता अपना रहे हैं संत जरनैल सिंह जी, रास्ता अपना रहे हैं, ऐदा हिंसा का रूप थोनों क्यों सही लग्या? जदों सारे हिलिया तो पानी लंघ जाए ना, फिर जिहड़ा सिख दा ना हथ है तलवार की मुट्ठी ते जाना चाहिए। सवेग सिंह जी नूं ते संत जरनैल सिंह जी नूं एहसास कदों हुंदा है क्योंकि वड्डी कार्रवाई जिहड़ी आ हो सकती है अकाल तख्त साहब दे उपर? ये तो पहला पता लग गया सी। 26 नूं तो संतां ने 26 मई नूं तो संतां ने आम ਸਿੰਘਾਂ जी बोल के कहता भी कुछ भी हो सकता है। इन्होंने भी इस तरीके नाल ही किया सी कि आपां वध तो वध सिख किवें मार सकते हैं। अच्छा, भी गुरपुरब वाला दिन ही क्यों चुनिया? सवाल ये भी खड़ा मन दे विच ये नहीं आया कि हुण मौत साडी भी आ, असीं बच नहीं सकते? सब तो पहला यही कहा जाता भी सिर देगा। गुरु नानक देव जी ने जिहड़े सिक्खी की नींह रखी है ना, इस गल ते रखी है, जाओ तो प्रेम खेलन का चाओ, सिर धर तली गली मेरी आओ, तो मार्ग पैर त्रीजै सिर दीजै काण ना कीजै। 20,000 ਦੇ ਨੇੜੇ ਤੇੜੇ ਫੌਜ ਸੀ, ਕੋਈ ਉਸ ਤੋਂ ਘੱਟ ਦੱਸਦਾ ਗਿਣਤੀ, ਕੋਈ ਜ਼ਿਆਦਾ ਦੱਸਦਾ। ਜਿਹੜੀ ਚੜ ਕੇ ਆਈ ਸੀ ਨਾ, ਹਾਂਜੀ, ਉਹ ਤਾਂ ਲੱਖ ਤੋਂ ਉੱਤੇ ਸੀ। ਇੰਨੇ ਕੁ ਤਾਂ ਮਰੇ ਜਿੰਨੇ ਕੁ ਦੱਸ ਰਹੇ ਨਾ ਤੁਸੀਂ, ਇੰਨੇ ਕੁ ਤਾਂ ਮਰ ਗਏ ਹੋਣੇ। ਉਸ ਸਮੇਂ ਹੀ ਇੱਕ ਬੀਬੀ ਦੇ ਪੇਟ ਵਿੱਚੋਂ ਅਸੀਂ ਬੱਚਾ ਵੀ ਡਿੱਗਦਾ ਵੇਖਿਆ, ਪੇਟ ਫਟਣ ਨਾਲ। ਤੁਸੀਂ ਨੇ ਆਪਣਾ ਸੰਤਾਪ ਉਹ ਆਪਣੇ ਪਿੰਡੇ ਤੇ ਹੰਡਾਇਆ, ਖੁਦ ਤੁਸੀਂ ਨੇ ਦੇਖਿਆ। ਦੁੱਧ ਦੀ ਤਲਾਸ਼ ਕਰਦਾ ਬੱਚਾ, ਤੁਹਾਡੇ ਅੱਖੀਂ ਦੇਖਣ ਦੀ ਅੱਖੀਂ ਦੇਖਣ ਦੀ ਗੱਲ। ਦੁੱਧ ਦੀ ਤਲਾਸ਼ ਕਰਦਾ ਤੇ ਉਹ ਜਿਹੜਾ ਦੋ ਫੌਜੀਆਂ ਨੇ ਵੇਖਿਆ, ਇੱਕ ਨੇ ਨਾ ਉਹਨੂੰ ਫੜਿਆ, ਬੱਚੇ ਨੂੰ ਚੁੱਕ ਕੇ ਨਾ ਤਾਂ ਕਰਤਾ ਇੱਦਾਂ ਲੱਤਾਂ ਫੜ ਕੇ ਨਾ, ਤੇ ਦੂਜੇ ਨੇ ਮਾਰਿਆ ਬ੍ਰਸ਼ਟ, ਲੱਤਾਂ ਤੋਂ ਉਤਲਾ ਢਿੱਡ ਵਾਲਾ ਥੱਲੇ ਵਾਲਾ ਹਿੱਸਾ ਸਾਰਾ ਹੀ ਖਤਮ ਕਰਤਾ ਉਹਨੇ। ਤੁਹਾਨੂੰ ਹਲੇ ਵੀ ਉਸ ਤਰ੍ਹਾਂ ਸੀਨ ਆਈ ਜਾਂਦਾ ਅੱਗੇ ਜਾਂਦਾ, ਤੁਸੀਂ ਇਮੋਸ਼ਨਲ ਵੀ ਹੋ ਰਹੇ ਹੋ। ਮੈਂ ਤੁਹਾਡਾ ਹਾਂ ਉਹ ਨਾ ਪਰ ਜਿਹੜੇ ਕੋਈ ਪਾਣੀ ਮੰਗਾ ਉਹਨੂੰ ਤਾਂ ਗੋਲੀਆਂ ਮਾਰਦੇ ਸਨ। ਕੈਂਪ ਦੇ ਵਿੱਚ ਵੀ ਮਾਰੇ ਗਏ? ਕੈਂਪ 'ਚ ਬਹੁਤ ਮਾਰੇ। ਤੁਹਾਡੇ ਸਾਹਮਣੇ ਕੋਈ ਮਾਰੇ ਵਾਕਾ ਹੋਇਆ? ਹਾਂ, ਜਿਹੜਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ ਭਾਈ ਸੁਜਾਨ ਸਿੰਘ, ਹਾਂਜੀ, ਉਹਨਾਂ ਨੂੰ ਮਾਰਿਆ। ਉਹਨਾਂ ਪਾਣੀ ਮੰਗਿਆ, ਮੂੰਹ 'ਚ ਗੋਲੀਆਂ ਮਾਰੀਆਂ। ਮੂੰਹ 'ਚ ਗੋਲੀਆਂ? ਮੂੰਹ 'ਚ ਗੋਲੀਆਂ ਮਾਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਉਹ ਕਾਲਾ ਦੌਰ ਜਦੋਂ ਸਿੱਖਾਂ ਦੇ ਪਵਿੱਤਰ ਸਥਾਨ, ਪਾਕ ਪਵਿੱਤਰ ਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਭਾਰਤੀ ਫੌਜ ਨੇ ਚੜ੍ਹਾਈ ਕੀਤੀ। ਫੌਜ ਦਾ ਤਰਕ ਇਹ ਕਿ ਅਕਾਲ ਤਖ਼ਤ ਸਾਹਿਬ ਦੇ ਅੰਦਰ ਗਲਤ ਅੰਸਰ ਜਿਹੜੇ ਨੇ ਵੜ ਗਏ ਨੇ, ਅੱਤਵਾਦੀ ਵੜ ਗਏ ਨੇ, ਉਹਨਾਂ ਦਾ ਖਾਤਮਾ ਕਰਨਾ ਜ਼ਰੂਰੀ, ਤਾਂ ਕਰਕੇ ਐਡਾ ਵੱਡਾ ਆਪਰੇਸ਼ਨ ਕਰਨਾ। ਦੂਜੇ ਪਾਸੇ ਉਹ ਜੁਝਾਰੂ ਨੌਜਵਾਨ, ਉਹ ਜੁਝਾਰੂ ਸਿੰਘ ਜਿਹੜੇ ਕਹਿੰਦੇ ਸੀ ਕਿ ਆਪਣੀ ਜਾਨ ਦੀ ਬਾਜੀ ਲਗਾ ਕੇ ਆਪਾਂ ਜਿਹੜੇ ਆਪਣੇ ਪਾਕ ਪਵਿੱਤਰ ਸਥਾਨ ਦਰਬਾਰ ਸਾਹਿਬ ਦੀ, ਅੰਮ੍ਰਿਤਸਰ ਸਾਹਿਬ ਦੀ, ਅਕਾਲ ਤਖ਼ਤ ਸਾਹਿਬ ਦੀ ਰਾਖੀ ਲਈ ਆਪਣੀ ਜਾਨ ਦੀ ਬਾਜੀ ਲਗਾਵਾਂਗੇ ਤੇ ਫੌਜਾਂ ਨੂੰ ਅਸੀਂ ਅੰਦਰ ਆਪਣੇ ਜਿਉਂਦੇ ਜੀ ਨਹੀਂ ਵੜਨ ਦੇਵਾਂਗੇ। ਜਦੋਂ ਵੀ ਜਿਨ੍ਹਾਂ ਦਾ ਜਨਮ 84 ਤੋਂ ਚਾਹੇ ਬਾਅਦ ਵੀ ਹੋਇਆ, ਜਿੱਦ ਉਹਨਾਂ ਵਿੱਚੋਂ ਮੈਂ ਵੀ ਇੱਕ ਹਾਂ, ਜਦੋਂ ਕੁਝ ਪੜ੍ਹਦੇ ਹਾਂ ਤਾਂ ਇੱਕ ਰੌਂਗਟੇ ਖੜੇ ਹੋ ਜਾਂਦੇ ਨੇ, ਇੱਕ ਮਨ ਬੜਾ ਭਰ ਜਾਂਦਾ ਕਿ ਇਹ ਕੀ ਹੋਇਆ ਸੀ ਉਸ ਟਾਈਮ, ਕਿੰਨੀ ਤਬਾਹੀ ਹੋਈ, ਕਿੰਨੇ ਬੇਕਸੂਰ ਵੀ ਮਰੇ, ਫੌਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਡੈਥ ਹੋਈ। ਪਰ ਇਸ ਸਾਰੀ ਕਹਾਣੀ ਨੂੰ ਉਹ ਇਨਸਾਨ ਜ਼ਿਆਦਾ ਸਹੀ ਤਰੀਕੇ ਦੇ ਨਾਲ ਦੱਸ ਸਕਦੇ ਨੇ ਜਿਨ੍ਹਾਂ ਨੇ ਉਹ ਆਪਣੇ ਪਿੰਡੇ ਦੇ ਉੱਪਰ ਉਹ ਸੰਤਾਪ ਹੰਡਾਇਆ। 84 ਦਾ ਜਿਹੜਾ ਅਟੈਕ ਹੋਇਆ ਅਕਾਲ ਤਖ਼ਤ ਸਾਹਿਬ ਦੇ ਉੱਪਰ, ਉਹ ਹੰਡਾਇਆ। ਐਸੀ ਸ਼ਖਸੀਅਤ ਸਾਡੇ ਨਾਲ ਨੇ ਬਾਬਾ ਮਨਮੋਹਨ ਸਿੰਘ ਜੀ, ਜਿਹੜੇ ਉਸ ਟਾਈਮ ਜੁਝਾਰੂ ਨੌਜਵਾਨਾਂ ਦੇ ਵਿੱਚ ਜੋ ਕਹਿੰਦੇ ਸੀ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੀ ਰਾਖੀ ਦੇ ਲਈ ਆਪਣੀ ਜਾਨ ਨਿਸ਼ਾਵਰ ਕਰਨੀ ਆ। ਬਾਬਾ ਮਨਮੋਹਨ ਸਿੰਘ ਜੀ ਉਹਨਾਂ ਵਿੱਚੋਂ ਇੱਕ ਨੇ, ਅੱਜ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੇ, ਬਾਬਾ ਜੀ ਦੱਸਦੇ ਨੇ ਕਿ 1978 ਤੋਂ ਲੈ ਕੇ 1984 ਤੱਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਦਾ ਜਿਹੜਾ ਨਿਗਮ ਆਣਿਆ, ਉਹਨਾਂ ਦੇ ਨਾਲ ਜੁੱਝਦੇ ਵੀ ਮੋਰਚੇ ਦੇ ਵਿੱਚ ਰਹੇ ਨੇ। ਲੰਬਾ ਸਮਾਂ ਬਾਬਾ ਜੀ ਨੇ
ਸੰਘਰਸ਼ ਤੋਂ ਬਾਅਦ ਜੇਲ੍ਹ ਵੀ ਕੱਟੀ। ਅੱਜ ਬਾਬਾ ਜੀ ਤੋਂ ਜਾਣਾਂਗੇ ਕਿ ਕਿਉਂ ਉਸ ਟਾਈਮ ਦੇ ਨੌਜਵਾਨ ਨੂੰ ਜਿਹੜਾ ਹਥਿਆਰ ਚੱਕਣੇ ਪੈ ਗਏ, ਕਿਉਂ ਜਿਹੜਾ ਹਿੰਸਕ ਰਾਹ ਅਪਣਾਉਣਾ ਪੈ ਗਿਆ, ਕੀ ਕਾਰਨ ਬਣੇ, ਤੇ ਉਸ ਟਾਈਮ ਦੇ ਵਰਤਾਰੇ ਜਿਹੜੇ ਹੋਏ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਦੋਂ ਫੌਜ ਦੇ ਨਾਲ ਘਸਮਾਣ ਦਾ ਜਿਹੜਾ ਯੁੱਧ ਪੈਂਦਾ ਰਿਹਾ, ਕੀ ਵਰਤਾਰਾ ਹੋਇਆ, ਕੀ ਗੱਲਾਂ ਹੋਈਆਂ, ਬਾਬਾ ਜੀ ਤੋਂ ਜ਼ਰੂਰ ਸੁਣਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ 1984 ਦਾ ਜਿਹੜਾ ਕਾਂਡ ਹੁੰਦਾ ਹੈ, ਬਹੁਤ ਇੱਕ ਦਰਦਨਾਕ ਕਾਂਡ ਜਿਹਨੂੰ ਸਿੱਖ ਕੌਮ ਦੇ ਹਿਰਦੇ ਨੇ ਜਿਹੜੇ ਉਹ ਬਲੁੰਦਰੇ ਜਾਂਦੇ ਨੇ। ਪਰ ਸ਼ੁਰੂਆਤ ਤੁਹਾਡੀ, ਕਿਉਂਕਿ ਉਸ ਟਾਈਮ ਤੁਸੀਂ ਵੀ ਇੱਕ ਨੌਜਵਾਨ ਸੀਗੇ, ਥੋੜੀ ਉਮਰ ਦੇ ਸੀਗੇ, ਕਿਸ ਤਰ੍ਹਾਂ ਤੁਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸੰਪਰਕ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੇ ਹੋ, ਕਿਸ ਦੇ ਥਰੂ ਆਉਂਦੇ ਹੋ? ਕਿਉਂਕਿ ਸੰਤ ਬਾਬਾ ਜਰਨੈਲ ਸਿੰਘ, ਸੰਤ ਬਾਬਾ ਕਰਤਾਰ ਸਿੰਘ ਵੇਲੇ ਤੋਂ ਹੀ ਅਸੀਂ ਟਕਸਾਲ ਦੇ ਨਾਲ ਸਾਡਾ ਪਿਆਰ ਸੀ। ਅੱਛਾ ਜੀ। ਤੇ ਅਸੀਂ ਵਿਦਿਆ ਪੜ੍ਹ ਕੇ, ਸਾਡਾ ਮਾਛੀਵਾੜੇ ਲਾਗੇ ਪਿੰਡ ਹੈ, ਹਾਂਜੀ, ਉੱਥੋਂ ਅਸੀਂ ਵਿਦਿਆ ਪੜ੍ਹ ਕੇ ਤੇ ਦੁਆਬੇ ਵਿੱਚ ਇੱਕ ਪਠਲਾਵਾ ਪਿੰਡ ਹੈ, ਇੱਕ ਮਹਿਤਪੁਰ ਲਦਣੀ ਪਿੰਡ ਹੈ, ਹਾਂਜੀ, ਨਿਰਮਲੇ ਸੰਤਾਂ ਕੋਲ ਅਸੀਂ ਵਿਦਿਆ ਪੜ੍ਹਨ ਚਲੇ ਗਏ ਗੁਰੂ ਕੀ ਬਾਣੀ ਦੀ। ਅੱਛਾ। ਤੇ ਉੱਥੇ ਰਹਿ ਰਹੇ ਸਾਂ ਤੇ ਉਧਰੋਂ ਜਦੋਂ 1978 ਦਾ ਸਾਕਾ ਵਾਪਰਿਆ ਨਾ, ਹਾਂਜੀ, ਤੇ ਰੇਡੀਓ 'ਚ ਅਖਬਾਰਾਂ 'ਚ ਪਤਾ ਲੱਗਾ, ਫਿਰ ਉਦੋਂ ਮਨ ਬਣਾ ਲਿਆ ਵੀ ਹੁਣ ਸਾਨੂੰ ਉੱਥੇ ਜਾਣਾ ਚਾਹੀਦਾ, ਸਾਡੀ ਲੋੜ ਹੈ ਉੱਥੇ, ਕਿਉਂਕਿ ਜਿਹੜਾ ਬੜਾ ਵੱਡਾ ਅਤਿਆਚਾਰ, ਕਿਉਂਕਿ ਸਿੱਖਾਂ ਨੂੰ ਖਤਮ ਕਰਨ ਵਾਸਤੇ, ਸਿੱਖੀ ਨੂੰ ਖਤਮ ਕਰਨ ਵਾਸਤੇ ਸਮੇਂ ਦੀਆਂ ਸਰਕਾਰਾਂ ਸਮੇਂ-ਸਮੇਂ ਤੇ ਚਾਲਾਂ ਚੱਲਦੀਆਂ ਆਈਆਂ ਨੇ ਜੀ। ਸਿੱਖੀ ਦੇ ਵਿਰੁੱਧ ਕਿਸੇ ਨਾ ਕਿਸੇ ਨੂੰ ਖੜਾ ਕਰਦੇ ਆਏ ਨੇ। ਉਸ ਸਮੇਂ ਇਹਨਾਂ ਨੇ ਇੱਕ ਨਰਕਧਾਰੀ, ਜਿਹਨੂੰ ਉਹਦਾ ਨਾਂ ਨਿਰੰਕਾਰੀ ਕਹਿੰਦੇ ਸਨ, ਪਰ ਹੈ ਨਰਕਧਾਰੀ ਸਨ ਜੀ, ਜਿਹੜਾ ਕੇਵਲ ਸਿੱਖਾਂ ਦਾ ਹੀ ਨਹੀਂ, ਹਿੰਦੂਆਂ ਦਾ, ਮੁਸਲਮਾਨਾਂ ਦਾ, ਸਾਰਿਆਂ ਮਤਾਂ ਦੀ ਵਿਰੋਧਤਾ ਕਰਦੇ ਸੀ, ਸਾਰਿਆਂ ਨੂੰ ਮਾੜਾ ਕਹਿੰਦੇ ਸੀ। ਪਰ ਸਿੱਖਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਕਿ ਤੁਸੀਂ ਆਪਣਾ ਜੋ ਮਰਜ਼ੀ ਕਰੋ, ਪਰ ਦੂਜਿਆਂ ਨੂੰ ਮਾੜਾ ਨਾ ਕਹੋ। ਫਿਰ ਉਹ ਜਿਹੜਾ ਉਹਨਾਂ ਨੂੰ ਰੋਕਣ ਦੇ ਬਾਅਦ, ਸਰਕਾਰ ਦਾ ਕੰਮ ਸੀ ਰੋਕਣ ਦੀ ਬਜਾਏ ਉਹਨਾਂ ਨੂੰ ਹੋਰ ਉੱਚਾ ਚੁੱਕਿਆ। ਉਧਰੋਂ ਦੇਖੋ ਵਿਸਾਖੀ ਦਾ ਸਮਾਗਮ ਅੰਮ੍ਰਿਤਸਰ ਸਾਹਿਬ, ਸਿੱਖਾਂ ਦਾ ਕਿੱਡਾ ਵੱਡਾ ਸਮਾਗਮ ਹੈ, ਤੇ ਸੇਮ ਡੇ ਹੀ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਲਿਆਉਣਾ। ਫਿਰ ਉੱਥੇ ਇਹਨਾਂ ਨੇ ਆ ਕੇ ਜੋ ਸਿੱਖੀ ਦੇ ਵਿਰੁੱਧ ਪ੍ਰਚਾਰ ਕਰਨਾ, ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਰੋਕਣ ਵਾਸਤੇ ਅਰਦਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ, ਉਹ ਆਪ ਜਾਣਾ ਚਾਹੁੰਦੇ ਸਨ, ਪਰ ਸਿੰਘ ਕਹਿੰਦੇ ਅਸੀਂ ਜਾਂਦੇ ਹਾਂ। ਉਹਨਾਂ ਵਿੱਚ ਭਾਈ ਫੌਜਾ ਸਿੰਘ ਜੀ ਖੰਡ ਕੀਰਤਨੀ ਜਥੇ ਦੇ, ਉਹ ਵੀ ਉਦੋਂ ਗਏ ਨੇ। ਫਿਰ ਨਿਹੱਥੇ ਸਿੰਘਾਂ ਤੇ ਉਸ ਸਮੇਂ 13 ਸਿੰਘ ਸ਼ਹੀਦ ਕੀਤੇ ਤੇ 78 ਸਿੰਘ ਜਿਹੜੇ ਸੀ ਨਾ ਉਦੋਂ ਜ਼ਖਮੀ ਹੋਏ ਸਨ। ਤੇ ਉਹ ਜਿਹੜੀ ਸੀ ਅੱਗੇ ਦੀ ਅੱਗੇ ਗੱਲ ਉਦੋਂ ਸ਼ੁਰੂ ਹੋਈ ਹੈ ਸਾਰੀ ਜੀ। ਤੇ 1978 ਦੇ ਵਿੱਚ ਨਿਰੰਕਾਰੀ ਕਾਂਡ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਦੇ ਸੰਪਰਕ ਦੇ ਵਿੱਚ ਤੁਸੀਂ ਆਉਂਦੇ ਹੋ। ਉਸ ਟਾਈਮ ਪੰਜਾਬ ਦਾ ਮਾਹੌਲ ਜਿਹੜਾ ਗਰਮ ਹੋਣਾ ਸ਼ੁਰੂ ਹੋ ਚੁੱਕਿਆ ਸੀ, ਜਦੋਂ ਵੀ ਸੰਤ ਦਮਦਮੀ ਟਕਸਾਲ ਦੇ ਮੁਖੀ ਬਣਦੇ ਨੇ। ਆਤੰਕਵਾਦੀ ਵੀ ਉਹਨਾਂ ਨੂੰ ਕਹਿ ਦਿੱਤਾ ਸੀ, ਕਿਉਂਕਿ 78 ਤੋਂ ਬਾਅਦ ਜਿਹੜੇ ਜੋ ਵੀ ਹੋਈ ਕਾਰਵਾਈ ਹੋਈ, ਨਿਰੰਕਾਰੀ ਦਾ ਸੌਦਾ ਵੀ ਉਹਨਾਂ ਦਾ ਲੱਗਿਆ। ਪਰ ਤੁਸੀਂ ਇੱਕ ਨੌਜਵਾਨ ਹੋਣ ਦੇ ਨਾਤੇ ਤੁਹਾਡੇ ਮਨ ਦੇ ਵਿੱਚ ਨਹੀਂ ਆਇਆ ਕਿ ਜੋ ਇਹ ਰਸਤਾ ਅਪਣਾ ਰਹੇ ਨੇ ਸੰਤ ਜਰਨੈਲ ਸਿੰਘ ਜੀ, ਰਸਤਾ ਅਪਣਾ ਰਹੇ ਨੇ, ਐਦਾਂ ਹਿੰਸਾ ਦਾ ਰੂਪ ਤੁਹਾਨੂੰ ਕਿਉਂ ਸਹੀ ਲੱਗਿਆ? ਕਿਉਂ ਆਪਣੇ ਮਨ ਦੇ ਵਿੱਚ ਆਇਆ ਕਿ ਹਿੰਸਾ ਦਾ ਹੀ ਰੂਪ ਹੁਣ ਸਹੀ ਆ? ਸੰਤਾਂ ਨੇ ਤੇ ਹਿੰਸਾ ਦਾ ਰੂਪ ਅਪਣਾਇਆ ਹੀ ਨਹੀਂ ਸੀ ਜੀ। ਜਿਵੇਂ ਦੱਸਿਆ ਤੁਹਾਨੂੰ, ਸ਼ਾਂਤਮਈ ਢੰਗ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸਿੰਘਾਂ ਤੇ ਗੋਲੀਆਂ ਚੱਲੀਆਂ ਨੇ ਜੀ। ਤੇ ਵੇਖੋ ਗੱਲ ਇੰਝ ਹੈ ਵੀ ਜਦੋਂ ਸ਼ਾਂਤਮਈ ਸਿੰਘ ਸ਼ਹੀਦ ਕਰ ਦਿੱਤੇ ਆ, ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ਚੂੰ ਕਰ ਅਜ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਜਦੋਂ ਸਾਰਿਆਂ ਹੀਲਿਆਂ ਤੋਂ ਪਾਣੀ ਲੰਘ ਜਾਵੇ ਨਾ, ਫਿਰ ਜਿਹੜਾ ਸਿੱਖ ਦਾ ਨਾ ਹੱਥ ਹੈ ਤਲਵਾਰ ਦੀ ਮੁੱਠੀ ਤੇ ਜਾਣਾ ਚਾਹੀਦਾ। ਫਿਰ ਉਹ ਤਾਂ ਗਿਆ, ਇਹ ਕੋਈ ਹਿੰਸਾ ਨਹੀਂ ਹੈ, ਇਹ ਤਾਂ ਇੱਕ ਜਿਹੜੇ ਜ਼ੁਲਮ ਨੂੰ ਰੋਕਣ ਵਾਸਤੇ ਸੀ। ਇਹ ਨਹੀਂ ਆਤੰਕਵਾਦੀ ਉਹਨਾਂ ਨੇ ਨਾਂ ਵਰਤਿਆ ਸੀ, ਹੈ ਸੱਤਵਾਦੀ ਸਨ ਪਰ ਆਤੰਕਵਾਦੀ ਕਹਿ ਰਹੇ ਸਨ। ਆਤੰਕਵਾਦੀ ਆਪ ਸਨ ਜਿਹੜੇ ਸ਼ੁਰੂਆਤ ਪਹਿਲਾਂ ਕਰ ਰਹੇ ਨੇ ਜੀ। ਤੇ ਉਸ ਤੋਂ ਬਾਅਦ ਤੁਸੀਂ ਦੱਸ ਸਕਦੇ ਹੋ ਕਿ ਜੇਲ੍ਹ ਦੇ ਵਿੱਚ ਵੀ 1980 ਦੇ ਵਿੱਚ ਤੁਸੀਂ ਜੇਲ੍ਹ ਦੇ ਵਿੱਚ ਵੀ 2 ਸਾਲ ਰਹੇ। ਕੀ ਵਿਧ ਬਣੀ ਕਿ ਸੰਤਾਂ ਦੀ ਸੰਗਤ ਦੇ ਵਿੱਚ ਰਹਿੰਦੇ ਕੀ ਜਿਹੇ ਐਕਸ਼ਨ ਤੁਸੀਂ ਨੇ ਕੀਤੇ, ਕੀ ਜਿਹੇ
ਕਾਰਵਾਈਆਂ ਕੀਤੀਆਂ ਜਿਹਦੇ ਨਾਲ ਤੁਹਾਨੂੰ ਜੇਲ੍ਹ ਦੀ ਯਾਤਰਾ ਵੀ ਜਿਹੜੀ ਕਰਨੀ ਪਈ? ਨਹੀਂ, ਜੇਲ੍ਹ ਅਸੀਂ ਬਾਅਦ ਚ ਗਏ ਆ। ਬਾਅਦ ਚ ਗਏ? ਬਾਅਦ ਚ ਗਏ, 84 ਤੋਂ ਬਾਅਦ। 84 ਤੋਂ ਬਾਅਦ ਪਹਿਲਾਂ ਨਹੀਂ ਗਏ? ਪਹਿਲਾਂ ਨਹੀਂ ਗਏ, 84 ਚ ਗਏ ਸੀ ਜੇਲ੍ਹ 'ਚ ਤਾਂ। ਅੱਛਾ ਜੀ। ਪਹਿਲਾਂ ਕੇਸ ਪਏ ਸੀ, ਫਿਰ ਵਾਪਸ ਹੋ ਗਏ ਸਨ। ਅੱਛਾ ਜੀ। ਉਹਨਾਂ ਚ ਉਹਨਾਂ ਨੇ ਭਗੌੜਾ ਕਰਾਰ ਦਿੱਤਾ ਸੀ। ਅੱਛਾ ਜੀ। 2 ਸਾਲ ਉਦੋਂ ਭਗੌੜਾ ਤੁਸੀਂ ਮਤਲਬ ਰਿਪੋਸ਼ ਰਹੇ ਹੋ? ਹਾਂ 2 ਸਾਲ, ਹਾਂਜੀ। ਤੇ ਬਾਬਾ ਜੀ ਫਿਰ 1978 ਤੋਂ ਤਕਰੀਬਨ 6 ਸਾਲ ਬਾਅਦ 1984 ਦਾ ਦੁਖਾਂਤ ਵਾਪਰ ਜਾਂਦਾ, ਫੌਜਾਂ ਚੜ੍ਹ ਕੇ ਆ ਜਾਂਦੀਆਂ ਨੇ। ਜਦੋਂ ਵੀ ਕੋਈ ਨੌਜਵਾਨ ਵੀ ਉਹ ਪੜ੍ਹਦਾ ਹੈ ਜਾਂ ਕਿਸੇ ਤੋਂ ਸੁਣਦਾ ਹੈ, ਇੱਕ ਗੁੱਸਾ ਆ ਜਾਂਦਾ ਮਨ ਦੇ ਵਿੱਚ, ਇੱਕ ਹਿਰਦੇ ਬਲੂੰਦਰੇ ਜਾਂਦੇ ਨੇ। ਤੁਸੀਂ ਨੇ ਆਪਣਾ ਸੰਤਾਪ ਉਹ ਆਪਣੇ ਪਿੰਡੇ ਤੇ ਹੰਢਾਇਆ, ਖੁਦ ਤੁਸੀਂ ਨੇ ਦੇਖਿਆ। ਕੀ ਵਰਤਾਰਾ ਹੁੰਦਾ 1 ਜੂਨ ਤੋਂ ਜੇ ਆਪਾਂ ਸ਼ੁਰੂਆਤ ਕਰੀਏ? ਕਦੋਂ ਪਹਿਲੀ ਗੋਲੀ ਕਿਸ ਵੱਲੋਂ ਚਲਾਈ ਜਾਂਦੀ? ਸਿੰਘਾਂ ਵੱਲੋਂ ਪਹਿਲ ਕੀਤੀ ਜਾਂਦੀ ਜਾਂ ਫੌਜ ਵੱਲੋਂ ਜਿਹੜੀ ਗੋਲੀ ਪਹਿਲੀ ਚਲਾਈ ਜਾਂਦੀ ਦਰਬਾਰ ਸਾਹਿਬ ਦੇ ਉੱਪਰ? ਦਰਬਾਰ ਸਾਹਿਬ ਥੋੜਾ ਜਿਹਾ ਆਪਾਂ ਹੋਰ ਪਿੱਛੇ ਚੱਲੀਏ। ਹਾਂਜੀ। 19 ਜੁਲਾਈ 1900 ਅਗਸਤ ਨੂੰ 1983 ਨੂੰ। ਹਾਂਜੀ। 19 ਜੁਲਾਈ 1983 ਨੂੰ ਜੀ ਸੰਤਾਂ ਨੇ ਮੋਰਚਾ ਲਾਇਆ ਅਕਾਲ ਤਖਤ ਸਾਹਿਬ ਤੇ। ਪਹਿਲਾਂ ਕੁਝ ਸਿੰਘ ਸੰਤਾਂ ਦੇ ਮਹਿਤੇ ਚੌਂਕ ਤੋਂ ਬਾਬੇ ਬਕਾਲੇ ਗਏ। ਉਹਨਾਂ ਨੂੰ ਪੁਲਿਸ ਵਾਲਿਆਂ ਨੇ ਫੜ ਲਿਆ, ਕਿਹਾ ਵੀ ਛੱਡੋ, ਨਹੀਂ ਛੱਡਿਆ। ਫਿਰ ਬਾਬਾ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਛਡਾਉਣਗੇ। ਹਾਂਜੀ। ਉਹਨਾਂ ਨੂੰ ਵੀ ਫੜ ਲਿਆ। ਅੱਛਾ, ਉਹਨਾਂ ਨੂੰ ਵੀ ਅਰੈਸਟ ਕਰ ਲਿਆ। ਫਿਰ ਵੇਖੋ, ਜਿਵੇਂ ਦੱਸਿਆ ਤੁਹਾਨੂੰ ਵੀ, ਕਿਵੇਂ ਸ਼ਾਂਤਮਈ ਸੰਤਾਂ ਨੇ ਕੰਮ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਸੰਤਾਂ ਨੇ ਆ ਕੇ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ। ਫਿਰ 51 ਸਿੰਘਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰਤੀਆਂ, ਜਾ ਕੇ ਦੇਣੀਆਂ। ਅੱਛਾ। ਵੀ ਅਸੀਂ ਸ਼ਾਂਤਮਈ ਰੋਸ ਵਜੋਂ ਵੀ ਸਾਡੇ ਸਿੰਘ ਛੱਡੋ, ਨਹੀਂ ਤਾਂ ਅਸੀਂ ਗ੍ਰਿਫਤਾਰੀਆਂ ਦਿੰਦੇ ਹਾਂ। ਤੇ 19 ਜੁਲਾਈ 1983 ਨੂੰ ਹਾਂਜੀ ਇਹ ਸੰਤਾਂ ਨੇ ਪਹਿਲਾ ਜਥਾ ਭੇਜਿਆ 51 ਦਾ। ਫਿਰ 25 ਜੁਲਾਈ ਹਾਂਜੀ 1983 ਨੂੰ ਇੱਕ ਸੰਤਾਂ ਨੇ ਕਾਲ ਦਿੱਤੀ ਹੈ ਵੀ ਸਿੱਖਾਂ ਨੂੰ ਆਓ ਅੰਮ੍ਰਿਤਸਰ ਸਾਹਿਬ। ਹਾਂਜੀ। ਤੇ ਆਪਾਂ ਵਿਚਾਰ ਕਰੀਏ ਹੁਣ ਆਪਾਂ ਕੀ ਕਰਨਾ। ਵੀ ਸਾਨੂੰ ਸ਼ਾਂਤਮਈ ਢੰਗ ਨਾਲ ਰਹਿੰਦੇ ਆ, ਸਾਡੇ ਵੀ ਗੋਲੀਆਂ ਮਾਰਦੇ ਨੇ, ਸਾਨੂੰ ਹੀ ਫੜਦੇ ਆ, ਦੂਜਿਆਂ ਤੇ ਕੇਸ ਵੀ ਨਹੀਂ ਚੱਲਦੇ। ਇਹ ਸਾਰਾ ਫਿਰ ਜਦੋਂ ਉੱਥੇ ਇਕੱਠ ਸੱਦਿਆ ਗਿਆ ਬਹੁਤ ਵੱਡਾ, ਉਸ ਇਕੱਠ ਵਿੱਚ ਇੰਨੇ ਲੋਕ ਆਏ ਵੀ ਸ੍ਰੀ ਹਰਿਮੰਦਰ ਸਾਹਿਬ ਦਾ ਸਾਰਾ ਪ੍ਰਕਰਮਾ, ਦਰਬਾਰ ਸਾਹਿਬ, ਮੰਜੀਲ ਸਭ ਭਰ ਗਿਆ। ਤੁਸੀਂ ਉਸ ਟਾਈਮ ਉੱਥੇ ਮੌਜੂਦ ਸੀ ਜਦੋਂ ਇਹ ਸਾਰੇ ਤੁਹਾਡੇ ਅੱਖਾਂ ਦੇ ਸਾਹਮਣੇ ਉੱਥੇ ਸੰਤਾਂ ਦੇ ਨਾਲ ਹੀ? ਅੱਛਾ ਜੀ। ਉੱਥੇ ਸਾਂ ਜਦੋਂ ਭਰ ਗਿਆ, ਸੇਮ ਡੇ ਹੀ ਉਧਰੋਂ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਮੀਟਿੰਗ ਰੱਖੀ ਹੋਈ ਸੀ। ਹਾਂਜੀ। ਤੇ ਉਧਰੋਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਸਨ ਸਰਦਾਰ ਗੁਰਚਰਨ ਸਿੰਘ ਜੀ ਟੌੜਾ, ਹਾਂਜੀ, ਉਹ ਅੰਮ੍ਰਿਤਸਰ ਸਾਹਿਬ ਸਨ। ਹਾਂਜੀ। ਜਿਹੜਾ ਇੰਨਾ ਵੱਡਾ ਇਕੱਠ ਵੇਖਿਆ ਅਕਾਲੀ ਦਲ ਨੇ ਜਾਂ ਸਾਰਿਆਂ ਨੇ, ਉਹਨਾਂ ਨੇ ਦੇਖਿਆ ਵੀ ਇਹ ਤਾਂ ਜਿਹੜਾ ਹੋ ਸਕਦਾ ਆਪਣੇ ਆਪਣਾ ਨਜ਼ਰੀਆ ਸੀ ਵੀ ਜੇ ਆਪਾਂ ਇਹਨਾਂ ਨੂੰ ਭਿੰਡਰ ਵਾਲਿਆਂ ਨਾਲ ਰਲ ਜਾਂਦੇ ਤੇ ਆਪਾਂ ਮੋਰਚਾ ਜਲਦੀ ਹੱਲ ਕਰ ਲਵਾਂਗੇ, ਜਾਂ ਕਿਸੇ ਢੰਗ ਨਾਲ ਵੀ ਜੋ ਸਰਕਾਰ ਬਣਾਉਣੀ ਕੁਝ ਵੀ ਹੈ ਵੀ ਲੋਕਾਂ ਨੂੰ ਅਸੀਂ ਆਪਣੇ ਨਾਲ ਜੋੜ ਲਾਂਗੇ। ਅੱਛਾ, ਮਤਲਬ ਅਕਾਲੀ ਦਲ ਪਹਿਲਾਂ ਤੋਂ ਸੰਤ ਜਰਨੈਲ ਸਿੰਘ ਜੀ ਦੇ ਨਾਲ ਨਹੀਂ ਸੀ, ਜਦੋਂ ਉਹਨਾਂ ਨੇ ਇੱਕ ਸ਼ਕਤੀ ਪ੍ਰਦਰਸ਼ਨ ਜਿਹਨੂੰ ਕਹਿ ਸਕਦੇ ਜਦੋਂ ਕੀਤਾ, ਉਸ ਤੋਂ ਬਾਅਦ ਅਕਾਲੀ ਦਲ ਦੀ ਮਜਬੂਰੀ ਹੋਈ ਕਿ ਸੰਤਾਂ ਦੇ ਨਾਲ ਆਏ? ਹਾਂ, ਉਸ ਤੋਂ ਬਾਅਦ ਚ ਨਾ ਫਿਰ ਸੇਮ ਡੇ ਹੀ ਉੱਥੇ ਐਲਾਨ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਸਾਰੀ ਰਲ ਕੇ ਆਪਾਂ ਇਸ ਮੋਰਚੇ ਨੂੰ, ਜਿਹਦੇ ਵਿੱਚ ਆਨੰਦਪੁਰ ਸਾਹਿਬ ਦਾ ਮਤਾ, ਕਪੂਰੀ ਦਾ ਮੋਰਚਾ, ਸਿੱਖਾਂ ਦੀਆਂ ਜਿੰਨੀਆਂ ਵੀ ਮੰਗਾਂ ਨੇ ਉਹ ਸਾਰੀਆਂ ਨੂੰ ਵਿੱਚ ਲੈ ਕੇ ਤੇ ਆਪਾਂ ਸੰਘਰਸ਼ ਕਰਨਾ, ਧਰਮ ਯੁੱਧ ਮੋਰਚਾ। ਤੇ ਉਸ ਦਿਨ ਐਲਾਨ ਹੋ ਗਿਆ ਵੀ 4 ਅਗਸਤ ਤੋਂ ਜਿਹੜਾ ਮੋਰਚਾ ਨਾ ਉਹ ਆਪਾਂ ਸਾਰੇ ਰਲ ਕੇ ਲਾਵਾਂਗੇ। ਤੇ ਸਭ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਦਿੱਤੀ ਨਾ 4000 ਬੰਦੇ ਨਾਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 4000 ਬੰਦਾ ਲੈ ਕੇ ਸਭ ਤੋਂ ਪਹਿਲੀ ਗ੍ਰਿਫਤਾਰੀ ਧਰਮ ਯੁੱਧ ਮੋਰਚੇ ਦੀ ਉਹਨੇ ਦਿੱਤੀ ਹੈ। ਉਹਨੇ ਦਿੱਤੀ ਸੀ। ਤੇ ਉਹ ਮੋਰਚੇ ਵਿੱਚ ਫਿਰ ਬਹੁਤ ਸਾਰੀਆਂ, ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰਿਫਤਾਰੀਆਂ, ਇੰਨੀਆਂ ਲੱਖਾਂ ਦੀ ਗਿਣਤੀ 'ਚ ਗ੍ਰਿਫਤਾਰੀਆਂ ਹੋ ਗਈਆਂ ਨਾ, ਕੋਈ ਜੇਲ੍ਹਾਂ ਵੀ ਭਰ ਗਈਆਂ। ਇੱਥੇ ਤੱਕ ਜਿਵੇਂ ਆ ਕਿਲ੍ਹਾ ਸੀ ਇੱਥੇ ਬਹਾਦਰਗੜ੍ਹ ਵਾਲੇ ਵੀ ਭਰ ਗਿਆ, ਸਕੂਲਾਂ ਵਿੱਚ ਵੀ ਲੋਕਾਂ ਨੂੰ ਬਾਹਰ ਹੀ ਰੱਖਣਾ। ਤੇ ਇੰਜ ਜਦੋਂ ਬਹੁਤ ਹੋ ਗਿਆ, ਫਿਰ ਇਹਨਾਂ ਨੇ ਮੇਰੇ ਖਿਆਲ 'ਚ ਨਵੰਬਰ ਦੇ ਵਿੱਚ ਦੀਵਾਲੀ ਦੇ ਨੇੜੇ ਤੇੜੇ ਬਦੋ-ਬਦੀ ਜੇਲ੍ਹਾਂ 'ਚੋਂ ਕੱਢੇ ਸਨ। 1983 ਦੀ ਗੱਲ ਤੁਸੀਂ ਕਰ ਰਹੇ ਹੋ? ਹਾਂਜੀ। ਉਦੋਂ ਬਦੋ-ਬਦੀ ਜੇਲ੍ਹਾਂ 'ਚੋਂ ਕੱਢੇ ਵੀ ਤੁਸੀਂ ਜਾਓ ਆਪਣੇ ਘਰਾਂ ਨੂੰ। ਫਿਰ ਵੀ ਜਿਹੜੇ ਸਿੰਘ ਸੀ ਉਸੇ ਤਰ੍ਹਾਂ ਗ੍ਰਿਫਤਾਰੀਆਂ ਦਾ ਸਿਲਸਿਲਾ ਉਸ ਤਰ੍ਹਾਂ ਜਾਰੀ ਰਿਹਾ ਜੀ। ਇੱਥੇ ਬੱਸ ਨਹੀਂ ਤੇ ਜਿਹੜੇ ਬੱਸਾਂ 'ਚ ਬਿਠਾ ਕੇ ਲਿਜਾਂਦੇ ਸੀ ਨਾ ਗ੍ਰਿਫਤਾਰ ਕੀਤੇ ਸਿੱਖਾਂ ਨੂੰ। ਤੇ ਇੱਕ ਵਾਰ ਇਹਨਾਂ ਨੇ
ਤਰਨ ਤਾਰਨ ਦੇ ਨੇੜੇ ਬੱਸ ਹੀ ਮਾਰ ਦਿੱਤੀ ਟ੍ਰੇਨ ਵਿੱਚ, ਹਾਂਜੀ, ਜਿਹਦੇ ਵਿੱਚ 34 ਸਿੰਘ ਸ਼ਹੀਦ ਹੋਏ, ਅਨੰਦਪੁਰ ਸਾਹਿਬ ਦੇ ਇਲਾਕੇ ਦੇ ਸਨ। ਬਿਲਕੁਲ। ਉਹ ਸਿਰਫ ਇਸ ਕਰਕੇ ਦਹਿਸ਼ਤ ਪਾਉਣ ਵਾਸਤੇ ਵੀ ਲੋਕ ਨਾ ਆਉਣ ਇਸ ਪਾਸੇ ਗ੍ਰਿਫਤਾਰੀਆਂ ਦੇਣ ਵਾਸਤੇ। ਉਹ ਜਿਹੜੀ ਬੱਸ ਤੁਸੀਂ ਦੱਸ ਰਹੇ ਹੋ ਮਾਰੀ ਗਈ, ਉਹ ਕਿਹਾ ਤਾਂ ਇਹ ਜਾਂਦਾ ਕਿ ਐਕਸੀਡੈਂਟ ਹੋਇਆ ਸੀ ਬੱਸ ਦਾ ਟ੍ਰੇਨ ਦੇ ਨਾਲ, ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਮਾਰੀ ਗਈ, ਜਾਣਬੁੱਝ ਕੇ ਮਾਰੀ ਗਈ? ਵੇਖੋ, ਹੋਰ ਕਿਸੇ ਦੇ ਨਹੀਂ ਵੱਜੀ, ਇੱਕੋ ਇਹੀ ਬੱਸ ਵੱਜਣੀ, ਤੇ ਹੋਰ ਕੋਈ ਕਾਰ, ਕੋਈ ਸਕੂਟਰ, ਕੋਈ ਮੋਟਰਸਾਈਕਲ, ਕੋਈ ਹੋਰ ਕਿਸੇ ਦੇ ਹੋਰ ਨਹੀਂ ਵੱਜਿਆ, ਸਿਰਫ ਇਹੀ ਬੱਸ ਕੱਲੀ ਵੱਜੀ ਹੈ ਨਾ। ਤੇ ਇਹ ਤਾਂ ਗਿਣੀ ਮਿੱਥੀ ਸਾਜ਼ਿਸ਼ ਹੀ ਹੋ ਸਕਦੀ ਹੈ ਨਾ। ਫਿਰ ਮਤਲਬ ਲੋਕਾਂ ਦੇ ਵਿੱਚ ਇੱਕ ਖੌਫ ਪਾਉਣ, ਖੌਫ, ਦਹਿਸ਼ਤ ਪੈਦਾ ਕਰਨ ਵਾਸਤੇ ਵੀ ਜਿਹੜੇ ਆਉਂਦੇ ਨੇ ਨਾ ਗ੍ਰਿਫਤਾਰੀਆਂ ਦੇਣੇ, ਨਾ ਆਉਣ, ਵੀ ਡਰਨ ਲੋਕ ਜੀ, ਵੀ ਉੱਥੇ ਤਾਂ ਇਦਾਂ ਹੁੰਦੀ ਆ ਜੀ। ਹਾਂ। ਤੇ ਇਹ ਸਾਰਾ ਵਰਤਾਰਾ ਤੁਸੀਂ ਦੱਸ ਰਹੇ ਹੋ, ਸੰਤ ਜਰਨੈਲ ਸਿੰਘ ਜੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਕਦੋਂ ਜਾਂਦੇ ਨੇ, ਕੁਝ ਕਿਹੜੇ ਤਰੀਕ ਨੂੰ ਜਾਂਦੇ ਨੇ? ਕਿਉਂਕਿ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਸੰਤ ਜਰਨੈਲ ਸਿੰਘ ਨੂੰ ਉੱਥੋਂ ਕੱਢਣ ਦੇ ਲਈ, ਖਾਲੀ ਕਰਾਉਣ ਦੇ ਲਈ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਹਮਲਾ ਕੀਤਾ ਗਿਆ। ਸਿੱਖ ਕੌਮ ਵੱਲੋਂ ਕਿਹਾ ਜਾਂਦਾ ਕਿ ਜਿਸ ਟਾਈਮ ਦੀ ਇਹ ਪਲੈਨਿੰਗ ਸੀ, ਉਸ ਟਾਈਮ ਸੰਤ ਜਰਨੈਲ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਮੌਜੂਦ ਨਹੀਂ ਸੀ। ਅਸਲ ਸੱਚਾਈ ਕੀ ਹੈ ਇਸ ਦੀ? ਵੇਖੋ, ਜਿਹੜਾ ਸੰਤ ਬਾਬਾ ਜਰਨੈਲ ਸਿੰਘ ਨੂੰ ਫੜਨਾ ਕਿਹੜੀ ਗੱਲੋਂ ਸੀ, ਉਹਨਾਂ ਤੇ ਅੱਜ ਤੱਕ ਵੀ ਇੱਕ ਵੀ FIR ਦਰਜ ਨਹੀਂ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉੱਤੇ ਅੱਜ ਤੱਕ ਵੀ ਇੱਕ ਵੀ FIR ਦਰਜ ਨਹੀਂ ਹੈ। ਕੋਈ ਉਹਨਾਂ ਤੇ ਕੇਸ ਰਜਿਸਟਰਡ ਹੈ ਹੀ ਨਹੀਂ। ਅੱਗੇ ਕਈਆਂ ਨੇ ਬੜੀ ਕੋਸ਼ਿਸ਼ ਕੀਤੀ, ਦੱਸਿਆ ਵੀ ਤੇ ਮੀਡੀਆ 'ਚ ਵੀ ਆਇਆ ਵੀ ਕੋਈ ਦੱਸੋ ਜੇ ਹੈਗਾ, ਤੇ ਨਹੀਂ ਸੀ। ਪਹਿਲਾਂ ਤੇ ਇਹ ਵੀ ਉਹਨਾਂ ਨੂੰ ਫੜਨਾ ਕਿਉਂ ਸੀ, ਹੈ ਨਾ। ਨੰਬਰ 2 ਤੇ ਸੰਤ ਪਹਿਲਾਂ ਨਾਨਕਨ ਵਾਸਤੇ ਸਨ, ਕਾਫੀ ਦੇਰ ਬਾਅਦ ਉਧਰ ਗਏ ਨੇ ਅਕਾਲ ਤਖਤ ਸਾਹਿਬ ਤੇ। ਹਾਂਜੀ। ਤੇ ਕੋਈ ਤਰੀਕ ਵਗੈਰਾ ਕੁਝ ਯਾਦ ਹੋਵੇ ਆਸ-ਪਾਸ, ਜੇ ਵੀ ਕਿੰਨੀ ਕੁ ਤਰੀਕ ਨੂੰ ਜਿਹੜੇ ਸੰਤ ਜਰਨੈਲ ਸਿੰਘ ਜੀ ਅਕਾਲ ਤਖਤ ਸਾਹਿਬ ਵੱਲ ਨੂੰ ਮੋਰਚੇ ਲਾਉਂਦੇ ਨੇ? ਮੇਰੇ ਖਿਆਲ 'ਚ 84 ਦੇ ਸ਼ੁਰੂ 'ਚ, ਜਾਂ ਜਿਹੜਾ 19 ਜੁਲਾਈ ਨੂੰ ਤਾਂ ਗਏ ਨੇ ਉੱਥੇ। ਅੱਛਾ। 83 ਨੂੰ। ਹਾਂਜੀ। ਤੇ ਉਹ ਤਾਂ ਮੈਨੂੰ ਯਾਦ ਆ, ਪਰ ਐਗਜ਼ੈਕਟ ਨਹੀਂ। ਹਾਂ, ਉਹ ਨਹੀਂ ਯਾਦ ਪੂਰੇ। ਅੱਛਾ। ਤੇ ਜਦੋਂ ਸੰਤਾਂ ਨੂੰ ਅਹਿਸਾਸ, ਕਿਉਂਕਿ ਤੁਸੀਂ ਉਹਨਾਂ ਦੀ ਸੰਗਤ ਦੇ ਵਿੱਚ ਰਹੇ ਹੋ, ਤੁਸੀਂ ਆਸ-ਪਾਸ ਵਿਚਰਦੇ ਰਹੇ ਹੋ, ਅਹਿਸਾਸ ਕਦੋਂ ਹੁੰਦਾ ਕਿ ਫੌਜ ਜਿਹੜੀ ਆ ਕੁਝ ਵੀ ਕਰ ਸਕਦੀ ਆ? ਜਨਰਲ ਸਵੇਗ ਸਿੰਘ ਜੀ ਉਹਨਾਂ ਦੇ ਨਾਲ ਸੀਗੇ। ਸਵੇਗ ਸਿੰਘ ਜੀ ਨੂੰ ਤੇ ਸੰਤ ਜਰਨੈਲ ਸਿੰਘ ਜੀ ਨੂੰ ਅਹਿਸਾਸ ਕਦੋਂ ਹੁੰਦਾ ਕਿ ਕੋਈ ਵੱਡੀ ਕਾਰਵਾਈ ਜਿਹੜੀ ਆ ਹੋ ਸਕਦੀ ਆ ਅਕਾਲ ਤਖਤ ਸਾਹਿਬ ਦੇ ਉੱਪਰ? ਇਹ ਤਾਂ ਪਹਿਲਾਂ ਹੀ ਸੰਤਾਂ ਨੇ ਦੱਸਿਆ ਵੀ ਇਹ ਤੇ, ਕਿਉਂਕਿ ਵੀ ਕਰਨਗੇ ਕੋਈ ਨਾ ਕੋਈ, ਕਿਉਂਕਿ ਇਹਨਾਂ ਦੇ ਜਿਹੜਾ ਆਪਣੇ ਵੀ ਇੰਟੈਲੀਜੈਂਸੀ ਸੀ, ਉਹਨਾਂ ਦੀ ਵੀ ਸੀ, ਹੈ ਨਾ, ਪਤਾ ਲੱਗ ਜਾਂਦਾ ਸੀ। ਆਪਣੇ ਜਸੂਸ ਸੰਤਾਂ ਦੇ ਹੈਗੇ ਸੀ, ਪਤਾ ਸੀ, ਸਾਰਾ ਲੱਗਦਾ ਸੀ ਨਾਲ ਨਾਲ ਕੀ ਕਾਰਵਾਈਆਂ ਕਰ ਰਹੇ ਨੇ। ਇਹ ਤੇ ਪਹਿਲਾਂ ਪਤਾ ਲੱਗ ਗਿਆ ਸੀ। 26 ਨੂੰ ਤਾਂ ਸੰਤਾਂ ਨੇ, 26 ਮਈ ਨੂੰ ਤਾਂ ਸੰਤਾਂ ਨੇ ਆਮ ਸਿੰਘਾਂ ਜੀ ਬੋਲ ਕੇ ਕਹਿ ਦਿੱਤਾ ਵੀ ਕੁਝ ਵੀ ਹੋ ਸਕਦਾ ਹੁਣ। ਅੱਛਾ, ਵੀ ਤਿਆਰ ਰਹੋ। ਹਾਂ। ਤੇ ਬਾਬਾ ਜੀ, ਹਥਿਆਰ ਜਿਹੜੇ ਨੇ, ਹਥਿਆਰਾਂ ਦੀ ਗੱਲ ਕਰੀਏ, ਕਿਉਂਕਿ 1 ਤਰੀਕ ਤੋਂ ਲੈ ਕੇ ਭਾਈ ਮੇਜਰ ਸਿੰਘ ਨਾਗੋਕੇ ਦੀ ਸ਼ਹੀਦੀ 8 ਜੂਨ ਨੂੰ ਹੁੰਦੀ, ਉਦੋਂ ਤੱਕ ਐਡਾ ਅਸਲਾ, ਇੰਨਾ ਵੱਡਾ ਅਸਲਾ ਜਿਹੜਾ ਐਡੀ ਭਾਰੀ ਮਾਤਰਾ ਦੇ ਵਿੱਚ ਅਸਲੇ ਦਾ ਫੌਜ ਨੂੰ, ਅੰਮ੍ਰਿਤਸਰ ਸਾਹਿਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਉਸ ਦੇ ਬਾਵਜੂਦ ਵੀ ਐਡਾ ਅਸਲਾ ਐਡੀ ਮਾਤਰਾ ਦੇ ਵਿੱਚ ਦਰਬਾਰ ਸਾਹਿਬ ਕਿਸ ਤਰ੍ਹਾਂ ਪਹੁੰਚਦਾ ਹੈ? ਕਿੱਥੋਂ ਅਸਲਾ ਆਉਂਦਾ ਸੀ ਉਸ ਟਾਈਮ ਦਾ ਜਿਹੜਾ? ਇਹ ਤੇ ਗੁਰੂ ਸਾਹਿਬ ਆਪ ਹੀ ਭੇਜਦੇ ਸਨ। ਬਾਕੀ ਇਹ ਵੀ ਉਦੋਂ ਆਪਾਂ ਇੰਨੇ ਬਹੁਤੇ ਸੀਨੀਅਰ ਵਿੱਚ ਨਹੀਂ ਸੀ ਆਉਂਦੇ। ਹਾਂਜੀ। ਹਾਂ, ਜਿਵੇਂ ਆਮ ਇੱਕ ਸਿਪਾਹੀ ਵਾਂਗੂ ਸਾਪਾ। ਹਾਂਜੀ। ਤੇ ਇਹ ਫਿਰ ਉਹ ਤਾਂ ਸੰਤੀ ਦੱਸ ਸਕਦੇ ਸੀ ਵੀ ਕਿੱਥੋਂ ਆਉਂਦਾ ਸੀ। ਇਹ ਰਾਜ ਉਹਨਾਂ ਦੇ ਨਾਲ। ਹਾਂ ਜੀ। ਤੇ 1 ਜੂਨ 1984 ਇੱਕ ਸਿੱਖ ਕੌਮ ਦੇ ਇਤਿਹਾਸ ਦਾ, ਜਿਹਨੂੰ ਕਾਲਾ ਦਿਨ ਆਪਾਂ ਕਹਿ ਸਕਦੇ, ਜਦੋਂ ਦਰਬਾਰ ਸਾਹਿਬ ਦੇ ਉੱਪਰ ਗੋਲੀਆਂ ਚੱਲੀਆਂ। ਕਿੰਨੇ ਕੁ ਟਾਈਮ ਹੋਣਾ ਉਸ ਟਾਈਮ ਜਦੋਂ ਗੋਲੀ ਚਲਾਈ ਗਈ? ਪਹਿਲ ਕਿਸ ਵੱਲੋਂ ਕੀਤੀ ਗਈ? ਸਿੰਘਾਂ ਵੱਲੋਂ ਪਹਿਲ ਕੀਤੀ ਗਈ ਜਾਂ ਆਰਮੀ ਵੱਲੋਂ ਪਹਿਲ ਉਸ ਟਾਈਮ ਕੀਤੀ ਗਈ? 1 ਜੂਨ ਵਾਲੀ ਜਿਹੜੀ, ਉਹ ਤਾਂ ਆਰਮੀ ਨਹੀਂ ਸੀ ਉਦੋਂ। ਹਾਂਜੀ। ਉਦੋਂ CRP ਸੀ। ਅੱਛਾ ਜੀ। ਉਹਨਾਂ ਨੇ ਪਹਿਲਾਂ ਚਲਾਈ ਹੈ ਗੋਲੀ। ਉਹਦੇ 'ਚ ਕਾਫੀ ਬੱਚੇ, ਬੱਚੀਆਂ, ਸਿੰਘ, ਯਾਤਰੂ ਜਿਹੜੇ ਪ੍ਰਕਰਮਾਂ 'ਚ ਜਾਂ ਹੋਰ, ਉਹ ਸ਼ਹੀਦ ਕੀਤੇ ਨੇ। ਤੇ ਜਿਹੜੀ ਮਿਲਟਰੀ ਹੈ, ਇਹਨੇ ਤਾਂ 4 ਤਰੀਕ ਨੂੰ ਸਵੇਰੇ 4:45 ਵਜੇ, ਹਾਂਜੀ, ਸਭ ਤੋਂ ਪਹਿਲਾਂ ਗੋਲਾ ਅਕਾਲ ਤਖਤ ਸਾਹਿਬ ਤੋਂ ਸੁੱਟਿਆ ਇਹਨਾਂ ਨੇ। ਅੱਛਾ, 4 ਤਰੀਕ ਨੂੰ, ਮਤਲਬ ਪਹਿਲਾ ਗੋਲਾ 4 ਤਰੀਕ ਨੂੰ 4:45 ਵਜੇ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਹੀ ਆ। ਕੀਰਤਨ ਸ਼ੁਰੂ ਹੁੰਦਿਆਂ ਹੀ ਉਹਨਾਂ ਨੇ ਗੋਲਾ ਸੁੱਟ ਦਿੱਤਾ। ਤੇ 1 ਜੂਨ ਨੂੰ ਕਿਸ ਤਰ੍ਹਾਂ ਸਿੰਘਾਂ ਦੀ ਵਿਉਂਤਬੰਦੀ ਕੀ ਸੀ ਉਸ ਟਾਈਮ ਦੀ?
ਪੂਰਾ ਫਾਇਰਿੰਗ ਹੋ ਰਹੀ ਸੀ ਜਾਂ ਕੁਝ ਮੋਰਚਿਆਂ ਦੀ ਮਜ਼ਬੂਤੀ ਕਰ ਰਹੇ ਸੀ? ਕੀ ਕਾਰਵਾਈ ਸਿੰਘਾਂ ਵੱਲੋਂ ਉਸ ਟਾਈਮ ਕੀਤੀ ਗਈ ਫੌਜ ਦੇ ਵਿਰੁੱਧ, ਜਦੋਂ ਪਤਾ ਲੱਗ ਗਿਆ ਕਿ ਹੁਣ ਜਿਹੜੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੁਣ ਉਹ ਖਤਮ ਹੋ ਚੁੱਕਿਆ, ਹੁਣ ਮੁਕਾਬਲਾ ਹੋਊਗਾ? 1 ਤਰੀਕ ਨੂੰ ਤਾਂ ਕੋਈ ਸਾਡੇ ਵੱਲੋਂ ਇੱਧਰ ਗੋਲੀ ਨਹੀਂ ਚੱਲੀ। ਅੱਛਾ, ਗੋਲੀ ਨਹੀਂ ਚੱਲੀ? ਹਾਂ, ਉਹਨਾਂ ਵੱਲੋਂ ਹੀ ਗੋਲੀ ਚੱਲੀ ਹੈ। ਯਾਤਰੂ ਜਿਹੜੇ ਹੋਏ ਨੇ ਸ਼ਹੀਦ, ਉਹਨਾਂ ਵੱਲੋਂ ਚੱਲੀ ਹੈ। ਤੇ ਸਿੰਘਾਂ ਸੰਤਾਂ ਵੱਲੋਂ ਸੀ ਵੀ ਤੁਸੀਂ ਸ਼ਾਂਤ ਰਹਿਣਾ ਆ। ਤੇ ਬਾਅਦ ਵਿੱਚ ਵੀ ਜਦੋਂ ਇਹ ਸੀ ਵੀ ਗੋਲੀ ਦਾ ਫਾਇਰ ਖਾਲੀ ਨਹੀਂ ਜਾਣੀ ਚਾਹੀਦੀ, ਇੱਕ ਨੂੰ 2 ਤੇ ਭਾਵੇਂ ਭੜਕਾ ਦਿਓ ਪਰ ਖਾਲੀ ਨਹੀਂ ਜਾਣੀ ਚਾਹੀਦੀ ਗੋਲੀ। ਅੱਛਾ, ਸੰਤਾਂ ਦਾ ਹੁਕਮ ਇਹ ਸੀ। ਹਾਂ। ਤੇ 1 ਤਰੀਕ ਨੂੰ ਕਾਫੀ ਗੱਲਾਂ ਹੋਰ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਫੌਜ ਨੂੰ ਭੁਲੇਖਾ ਪਾਉਣ ਦੇ ਲਈ ਹਲਕੇ ਹਥਿਆਰਾਂ ਦਾ ਵੀ ਯੂਜ਼ ਕੀਤਾ ਗਿਆ, ਜਨਰਲ ਸਵੇਗ ਸਿੰਘ ਜੀ ਵੱਲੋਂ ਕਿਹਾ ਗਿਆ। ਕੀ ਰੀਜ਼ਨ ਸੀ ਕਿ ਇੰਨੀ ਘੱਟ ਫਾਇਰਿੰਗ ਕਰਨੀ? ਉਸ ਟਾਈਮ ਕੀ ਕਾਰਵਾਈ ਹੋ ਰਹੀ ਸੀ ਕਿ ਜਿਹੜਾ ਫਾਇਰਿੰਗ ਘੱਟ ਹੋ ਰਹੀ ਸੀ, ਕੋਈ ਮੋਰਚੇ ਵਗੈਰਾ ਮਜ਼ਬੂਤ ਹੋ ਰਹੇ ਸੀ ਜਾਂ ਕੀ ਕਾਰਵਾਈ ਉਸ ਟਾਈਮ ਹੋ ਰਹੀ ਸੀ ਜਿਹੜੀ ਫਾਇਰਿੰਗ ਘੱਟ ਹੋਣ ਦਾ ਰੀਜ਼ਨ ਕੀ ਸੀ? ਕਿ ਸਾਡੇ ਵੱਲੋਂ? ਹਾਂਜੀ, ਸਿੰਘਾਂ ਵੱਲੋਂ। ਉਹ ਸੀਗਾ ਵੀ ਜਿਹੜਾ ਜਨਰਲ ਸਵੇਗ ਸਿੰਘ ਸੀ ਨਾ, ਬੜਾ ਦੂਰਦਰਸ਼ੀ ਸੀ। ਹਾਂਜੀ, ਉਹਨੂੰ ਸਾਰਾ ਪਤਾ ਸੀ ਵੀ ਇਹ ਜਿਹੜੀ ਕਾਰਵਾਈ ਕਰ ਰਹੇ ਨੇ, ਸਿਰਫ ਇਹ ਜਿਹੜੀ ਅੱਜ ਹੋਈ ਹੈ ਨਾ, ਸਿਰਫ ਚੈੱਕ ਕਰਨ ਵਾਸਤੇ ਹੋਈ ਹੈ। ਅੱਛਾ ਜੀ। ਵੀ ਕਿੱਥੇ ਕਿੱਥੋਂ ਮੋਰਚੇ ਨੇ ਕੀ ਹੋ ਰਿਹਾ। ਉਹ ਸਿਰਫ ਮੇਨ ਉਹਨਾਂ ਦਾ ਇਹੀ ਹੈ ਵੀ ਲੜਾਈ ਤਾਂ ਹਲੇ ਹੋਣੀ ਹੈ, ਇਹ ਤਾਂ ਸਿਰਫ ਇੱਕ ਟ੍ਰੇਲਰ ਹੈ ਇੱਕ ਤਾਂ। ਅੱਛਾ, ਸਵੇਗ ਸਿੰਘ ਜੀ ਨੇ ਇਹ ਕਹਿਤਾ? ਹਾਂ, ਇਹ ਟ੍ਰੇਲਰ ਸੀ ਉਦੋਂ ਤਾਂ 1 ਤਰੀਕ ਵਾਲਾ ਤਾਂ। ਜਦੋਂ ਸ਼ੁਰੂਆਤ ਹੁੰਦੀ, ਫੌਜਾਂ ਚੜ੍ਹ ਕੇ ਆ ਜਾਂਦੀਆਂ ਨੇ, ਸੰਤਾਂ ਵੱਲੋਂ ਕੁਝ ਹੁਕਮ ਵੀ ਜਾਰੀ ਕੀਤੇ ਜਾਂਦੇ ਨੇ, ਕੁਝ ਸੰਬੋਧਨ ਵੀ ਕਹਿੰਦੇ ਨੇ ਕਿ ਕੀਤਾ ਜਾਂਦਾ ਸਿੰਘਾਂ ਦੇ ਨਾਲ, ਵਿਚਾਰ ਵਟਾਂਦਰਾ ਸਾਰਿਆਂ ਦੇ ਨਾਲ ਕੀਤਾ ਜਾਂਦਾ। ਕੀ ਸੁਨੇਹਾ ਸੰਤਾਂ ਨੇ, ਆਖਰੀ ਸੁਨੇਹਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕੀ ਗੱਲਾਂ ਬਾਤਾਂ ਹੋਈਆਂ, ਕੀ ਸੁਨੇਹਾ ਸੰਤ ਜੀ ਵੱਲੋਂ ਦਿੱਤਾ ਗਿਆ? ਸੰਤ ਜੀ ਵੱਲੋਂ ਪਹਿਲਾਂ ਤਾਂ ਇਹ ਸੀ ਵੀ ਜਿਨ੍ਹਾਂ ਨੇ ਜਾਣਾ ਉਹ ਜਾ ਸਕਦੇ ਆ। ਅੱਛਾ, ਉਹਨਾਂ ਨੇ ਕਹਿਤਾ ਸੀ ਕਿ ਜਿਨ੍ਹਾਂ ਜੂਝਣਾ ਜੂਝ ਸਕਦੇ ਆ। ਤੇ ਸੰਤਾਂ ਵੱਲੋਂ ਤਾਂ ਇਹ ਸੀ ਵੀ ਗੁਰਧਾਮਾਂ ਦੀ ਰੱਖਿਆ ਕਰਨੀ ਆ। ਤੇ ਸੂਰਾ ਸੋ ਪਹਿਚਾਨੀਏ ਜੋ ਲਰਿਆ ਦੀਨ ਕੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਕੇਤ। ਸੰਤਾਂ ਵੱਲੋਂ ਪੂਰਾ ਉਤਸ਼ਾਹ ਸੀ ਤੇ ਸੰਤਾਂ ਦੇ ਮਨ ਵਿੱਚ ਕੋਈ ਫਿਕਰ ਨਹੀਂ ਸੀ, ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਸੀ, ਐਨ ਪੂਰੀ ਚੜ੍ਹਦੀ ਕਲਾ ਵਿੱਚ ਸੰਤ ਜੀ। ਤੇ ਬਾਬਾ ਜੀ 1 ਤਰੀਕ ਦੀ ਰਾਤ ਨੂੰ, ਕਿਉਂਕਿ ਬਿਜਲੀ ਵੀ ਕਹਿੰਦੇ ਨੇ ਕਿ ਕੱਟ ਦਿੱਤੀ ਜਾਂਦੀ, ਖਾਣ ਪੀਣ ਦੀ ਵੀ ਪ੍ਰੋਬਲਮ ਜਿਹੜੀ ਆਉਂਦੀ, ਫਿਰ ਕਿੱਦਾਂ ਸਿੰਘਾਂ ਨੇ ਰਸ਼ਦ ਜਿਹੜੀ ਪਹਿਲਾਂ ਹੀ ਜਮ੍ਹਾਂ ਕੀਤੀ ਹੋਈ ਸੀ ਜਾਂ ਬਾਹਰ ਤੋਂ ਕੁਝ ਸਪਲਾਈ ਤੁਹਾਡੇ ਕੋਲ ਆਉਂਦੀ ਸੀ? ਕਦੋਂ ਤੱਕ ਆਉਂਦੀ ਰਹੀ ਬਾਹਰ ਤੋਂ ਸਪਲਾਈ? ਨਹੀਂ, 1 ਤਰੀਕ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ, 2 ਨੂੰ ਵੀ ਨਹੀਂ ਆਈ, 3 ਨੂੰ ਵੀ ਨਹੀਂ ਆਈ। ਅੱਛਾ, ਕਿਉਂਕਿ 3 ਦਾ ਤੇ ਗੁਰਪੁਰਬ ਸੀ। ਹਾਂਜੀ, ਗੁਰੂ ਰਾਮਦਾਸ ਦਾ ਪੂਰਾ, ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਪੁਰਬ। ਹਾਂਜੀ, ਪੂਰਾ ਜਿਵੇਂ ਆਮ ਰੂਟੀਨ 'ਚ ਹੋ ਗਿਆ ਸੀ ਸਾਰਾ ਕੁਝ। ਅੱਛਾ, ਨਾਰਮਲ ਹੋ ਗਿਆ ਸੀ, ਸੰਗਤ ਬਹੁਤ ਆਈ ਸੀ। ਇਹਨਾਂ ਨੇ ਵੀ ਇਸ ਤਰੀਕੇ ਨਾਲ ਹੀ ਇਹ ਕੀਤਾ ਸੀ ਕਿ ਆਪਾਂ ਵੱਧ ਤੋਂ ਵੱਧ ਸਿੱਖ ਕਿਵੇਂ ਮਾਰ ਸਕਦੇ ਆ। ਅੱਛਾ, ਵੀ ਗੁਰਪੁਰਬ ਵਾਲਾ ਦਿਨ ਹੀ ਕਿਉਂ ਚੁਣਿਆ? ਸਵਾਲ ਇਹ ਵੀ ਖੜਾ ਹੁੰਦਾ ਹੈ ਨਾ, ਵੀ ਗੁਰਪੁਰਬ ਵਾਲਾ ਦਿਨ ਕਿਉਂ ਚੁਣਿਆ? ਇਹਨਾਂ ਦਾ ਗੁਰਪੁਰਬ ਵਾਲਾ ਦਿਨ ਇਹਨਾਂ ਨੇ ਚੁਣਿਆ ਤੇ ਉਹ 3 ਤਰੀਕ ਦਾ ਸੀਗਾ ਤੇ 3 ਰਾਤ ਨੂੰ ਇਹਨਾਂ ਨੇ ਸਮਝ 4 ਦਿਨ ਚੜ ਗਿਆ ਤੇ ਇਹਨਾਂ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਹੈ। ਜੀ। ਤੇ 2 ਤਰੀਕ ਦੀ ਸਵੇਰ ਹੁੰਦੀ, ਬਿਜਲੀ ਕਦੋਂ ਕੱਟੀ ਜਾਂਦੀ ਕੰਪਲੈਕਸ ਦੀ, ਅਕਾਲ ਤਖਤ ਸਾਹਿਬ ਕੰਪਲੈਕਸ ਦੀ ਸਾਰੀ? ਉਹ ਤਾਂ ਚਲੋ ਪਹਿਲਾਂ ਵੀ ਵਿੱਚ ਇੱਕ ਦੋ ਵਾਰ ਕੱਟੀ ਆ। 2 ਤਰੀਕ ਨੂੰ ਬਾਕੀ ਜਨਰੇਟਰ ਸੀ ਅੰਦਰ, ਉਹ ਤਾਂ ਕੋਈ ਐਸੀ ਗੱਲ ਨਹੀਂ ਸੀਗੀ। ਹਾਂਜੀ, ਜਿਹੜਾ ਜ਼ਿਆਦਾ ਹੋਇਆ ਉਹ 4 ਤੋਂ ਲੈ ਕੇ 4 ਤੋਂ ਜ਼ਿਆਦਾ ਹੋਇਆ। ਹਾਂ, 4 ਤੋਂ ਜਿਹੜਾ ਸ਼ੁਰੂ ਹੋਇਆ। ਤੇ ਫੌਜ ਵੀ ਕਹਿੰਦੇ ਨੇ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਫੌਜ ਉਸ ਟਾਈਮ ਅਕਾਲ ਤਖਤ ਸਾਹਿਬ ਨੂੰ ਘੇਰਾਬੰਦੀ ਜਿਹੜੀ ਕੀਤੀ ਹੋਈ ਸੀ, ਦਰਬਾਰ ਸਾਹਿਬ ਨੂੰ ਘੇਰਾਬੰਦੀ ਕੀਤੀ ਹੋਈ ਸੀ। ਪਹਿਲੀ ਟੁਕੜੀ ਫੌਜ ਦੀ ਜਦੋਂ ਸ਼ੁਰੂਆਤ CRP ਵੱਲੋਂ ਹੋ ਜਾਂਦੀ, ਸਿੰਘਾਂ ਵੱਲੋਂ 2 ਤਰੀਕ ਨੂੰ ਫਾਇਰ ਖੋਲੇ ਜਾਂਦੇ ਨੇ? ਨਹੀਂ, 2 ਤਰੀਕ ਨੂੰ ਵੀ ਨਹੀਂ ਖੋਲੇ ਜਾਂਦੇ ਨਾ। 2-3 ਤੇ ਬਿਲਕੁਲ ਹੀ ਸ਼ਾਂਤ ਰਿਹਾ ਨਾ। ਅੱਛਾ, ਹਾਂ, 2-3 ਸ਼ਾਂਤ ਰਿਹਾ। ਉਹ ਤਾਂ ਗੁਰਪੁਰਬ ਮਨਾਇਆ ਪੂਰਾ। 4 ਤਰੀਕ ਨੂੰ 4:45 ਵਜੇ ਸਵੇਰੇ ਅੰਮ੍ਰਿਤ ਵੇਲੇ ਜਿਹੜੀ ਲੜਾਈ ਅਸਲੀ ਉੱਥੇ ਸ਼ੁਰੂ ਹੁੰਦੀ ਹੈ। 4 ਤਰੀਕ ਨੂੰ ਸ਼ੁਰੂ? ਹਾਂ, 4:45 ਵਜੇ ਸਵੇਰੇ। 3 ਤਰੀਕ ਨੂੰ ਵੀ ਨਾਰਮਲ ਰਹਿੰਦਾ? ਮਤਲਬ 2 ਨੂੰ ਵੀ ਨਾਰਮਲ ਰਹਿੰਦਾ। 2-3 ਨੂੰ ਨਾਰਮਲ। ਹਾਂ। ਤੇ 4 ਤਰੀਕ ਤੇ ਗੱਲ ਕਰੀਏ, 4:45 ਵਜੇ ਅਕਾਲ ਤਖਤ ਸਾਹਿਬ ਦੇ ਉੱਪਰ ਪਹਿਲਾ ਗੋਲਾ ਤੁਸੀਂ ਦੱਸ ਦਿਓ ਕਿ ਵੱਜਿਆ ਆ ਕੇ। ਉਸ ਟਾਈਮ ਸਿੰਘਾਂ ਨੂੰ ਅਹਿਸਾਸ ਸੀ ਕਿ ਗੋਲੇ ਤੱਕ ਵੀ ਵੱਜਣਗੇ ਜਾਂ ਸਿਰਫ ਗੋਲੀਆਂ ਦਾ ਸੀਗਾ ਕਿ ਪੈਦਲ ਫੌਜ ਆਊਗੀ ਉਹਦੇ ਨਾਲ ਅਸੀਂ ਨੇ ਮੁਕਾਬਲਾ ਕਰਨਾ, ਜਾਂ ਗੋਲਿਆਂ ਦਾ ਅਹਿਸਾਸ ਸੀ ਕਿ ਹੋਊਗੀ ਕਾਰਵਾਈ? ਸਾਰੇ ਕਾਸੀ ਦਾ ਸੀ ਵੀ ਕੁਝ ਵੀ ਹੋ ਸਕਦਾ, ਕਿਉਂਕਿ ਜਦੋਂ ਉਹਨਾਂ ਨੇ ਠਾਣ ਹੀ ਲਿਆ ਨਾ
ਤੇ ਫਿਰ ਇਹ ਤਾਂ ਕੁਝ ਵੀ ਕਰ ਸਕਦੇ ਨੇ, ਤਾਂ ਕੋਈ ਇਸ ਤੋਂ ਵੱਧ ਵੀ ਕਰ ਸਕਦੇ ਸੀ ਹੈ ਨਾ। ਸੋ ਇਸ ਕਰਕੇ 4 ਤਰੀਕ ਨੂੰ ਫਿਰ ਇਹ ਜਿਹੜਾ ਸ਼ੁਰੂ ਹੋ ਗਿਆ ਤੇ 4 ਦਾ ਅਸੀਂ ਉਸ ਸਮੇਂ ਲੰਗਰ ਵਾਲੇ ਪਾਸੇ ਸੀ, ਲੰਗਰ ਵਾਲੇ ਮੋਰਚੇ 'ਚ ਸੀ। ਹਾਂ ਲੰਗਰ ਵਾਲੇ ਉਸ ਪਾਸੇ ਸਾਂ ਜੀ। 4 ਤਰੀਕ ਨੂੰ ਤੇ 4 ਤਰੀਕ ਨੂੰ ਸਾਡੇ 2 ਸਿੰਘ ਸ਼ਹੀਦ ਹੋਏ, ਇੱਕ ਮੰਗਲ ਸਿੰਘ, ਇੱਕ ਜੋਗਾ ਸਿੰਘ ਸਾਡੇ ਤੁਹਾਡੇ ਵਾਲੇ ਮੋਰਚੇ ਤੇ। ਹਾਂ ਤੇ ਭਾਈ ਭਗਵਾਨ ਸਿੰਘ ਹੈਗੇ ਨੇ, ਅਸੀਂ 2 ਜਣੇ ਹੈਗੇ ਸੀ, 4 ਜਣੇ ਸੀ ਇੱਕ ਮੋਰਚੇ 'ਚ। ਅੱਛਾ ਜੀ। ਤੇ 2 ਜਣੇ ਹੈਗੇ ਅਸੀਂ ਤੇ 2 ਸ਼ਹੀਦ ਹੋ ਗਏ ਸੀ ਜੀ। ਜਦੋਂ 2 ਸ਼ਹੀਦੀਆਂ ਕੋਲ ਸਾਥੀਆਂ ਦੀਆਂ, ਦੋਸਤਾਂ ਦੀਆਂ ਨਾਲ ਲਾਸ਼ ਗਿਰ ਜਾਂਦੀ ਆ, ਤਾਂ ਕਿਤੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਯਾਰ ਮੌਤ ਸਾਹਮਣੇ ਦਿਖ ਰਹੀ ਆ ਫੌਜ ਦੇ ਨਾਲ, ਕਿਉਂਕਿ ਉਹਨਾਂ ਨੂੰ ਅਸਲੇ ਦੀ ਵੀ ਜਿਹੜੀ ਸਪਲਾਈ ਵਧੀਆ ਸੀ, ਤੁਹਾਡੇ ਕੋਲ ਇੱਕ ਲਿਮਟਿਡ ਅਸਲਾ ਸੀ। ਮਨ ਦੇ ਵਿੱਚ ਇਹ ਨਹੀਂ ਆਇਆ ਕਿ ਹੁਣ ਮੌਤ ਸਾਡੀ ਵੀ ਆ, ਅਸੀਂ ਬਚ ਨਹੀਂ ਸਕਦੇ? ਕਦੇ ਕੋਈ ਡਰ ਭੈ ਨਹੀਂ ਕੋਈ ਹੋਇਆ ਮਨ ਦੇ? ਇਹ ਤਾਂ ਜਦੋਂ ਆਪਾਂ ਅੰਮ੍ਰਿਤ ਛਕਦੇ ਆ ਨਾ, ਸਭ ਤੋਂ ਪਹਿਲਾਂ ਇਹੀ ਕਿਹਾ ਜਾਂਦਾ ਵੀ ਸਿਰ ਦੇਏਗਾ। ਗੁਰੂ ਨਾਨਕ ਦੇਵ ਜੀ ਨੇ ਜਿਹੜੇ ਸਿੱਖੀ ਦੀ ਨੀਂਹ ਰੱਖੀ ਹੈ ਨਾ, ਇਸ ਗੱਲ ਤੇ ਰੱਖੀ ਹੈ, ਐਡਮਿਸ਼ਨ ਹੀ ਜਿਹੜੀ ਹੁੰਦੀ ਹੈ ਨਾ ਸਾਡੀ ਸਿੱਖੀ ਵਿੱਚ, ਅਸਲ ਮਾਇਨਿਆਂ 'ਚ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤਾਂ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਤਾਂ ਉਸ ਸਮੇਂ ਤੋਂ ਹੀ ਗੁਰੂ ਦਾ ਹੋ ਜਾਂਦਾ। ਤੇ ਗੁਰੂ ਘਰ ਦੀ ਰੱਖਿਆ ਵਾਸਤੇ ਤੇ ਕੋਈ ਡਰ ਭਾਵ ਹੈ ਹੀ ਨਹੀਂ ਸੀ ਇਸ ਗੱਲ ਦਾ, ਕੋਈ ਪਰਵਾਹ ਨਹੀਂ ਸੀ। 4 ਦਾ ਦਿਨ, 4 ਦੀ ਰਾਤ, ਫਿਰ 5 ਦਾ ਦਿਨ, 5 ਦੀ ਜਦੋਂ ਸ਼ਾਮ ਪਈ ਹੈ, ਲੇਟ ਹੋਇਆ ਸਮਾਂ, ਫਿਰ ਮੈਨੂੰ ਬਾਬਾ ਠਾਰਾ ਸਿੰਘ ਨੇ, ਹਾਂਜੀ, ਉਹ ਕਹਿਣ ਲੱਗੇ ਵੀ ਸਾਡੇ ਘਰੋਂ ਵੀ ਸਿੰਘਣੀ ਸਾਡੀ ਉਹ ਵੀ ਸੀ ਨਾਲ, ਬੱਚੇ ਵੀ ਸੀ, ਇੱਕ ਬੱਚੀ ਹੋਰ ਸੀ ਉਹਨਾਂ ਦੇ ਨਾਲ ਪੜ੍ਹਦੀ ਸੀ। ਹਾਂਜੀ। ਅੱਛਾ, ਤੁਹਾਡੇ ਬੇਟੀ ਵੀ, ਮਤਲਬ ਬੱਚੇ ਵੀ ਤੁਹਾਡੇ ਉਸ ਟਾਈਮ? ਬੇਟਾ ਸਾਡਾ ਉਦੋਂ ਸਾਲ ਕੁ ਦਾ ਸੀ। ਅੱਛਾ, ਛੋਟਾ ਸੀ। ਹਾਂ ਠੀਕ ਹੈ ਜੀ। ਤੇ ਉਹ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਛੱਡਿਆ ਉੱਥੇ ਸਰਾਂ ਵਿੱਚ, ਬਾਬਾ ਠਾਰਾ ਸਿੰਘ ਜੀ। ਹਾਂ, ਹੋਰ ਬੱਚੇ ਸੀ ਉਦੋਂ, ਅਸੀਂ ਪੌਟਾ ਸਾਹਿਬ ਪਹਿਲਾਂ ਪੜਾਉਂਦੇ ਵੀ ਰਹੇ, ਉਹ ਬੱਚੇ ਵੀ ਆਏ ਸੀ ਉੱਥੇ, ਉਹ ਬੱਚੇ ਵੀ ਛੋਟੇ ਸੀ, ਉਹ ਵੀ ਨਾਲ ਸੀ ਸਾਡੇ ਉਦੋਂ। ਹਾਂਜੀ। ਤੇ ਬਾਬਾ ਠਾਰਾ ਸਿੰਘ ਕਹਿੰਦੇ ਇਹਨਾਂ ਨੂੰ ਸਰਾਂ ਛੱਡਿਓ ਤੇ ਬੱਚੀ ਜਿਹੜੀ ਇਹਨਾਂ ਦੇ ਘਰ ਛੱਡਿਓ। ਅੱਛਾ। ਤੇ ਜਦੋਂ ਅਸੀਂ ਉਦੋਂ ਸਰਾਂ ਵਿੱਚ ਨਾ ਇੱਕ ਕੰਧ ਪਾੜ ਕੇ ਗੁਰੂ ਰਾਮਦਾਸ ਸਰਾਂ ਵਿੱਚੋਂ ਫਿਰ ਅੱਗੇ ਸਮੁੰਦਰੀ ਹਾਲ ਨੂੰ, ਸਮੁੰਦਰੀ ਹਾਲ ਤੋਂ ਨਾਨਕ ਨਿਵਾਸ 'ਚ ਨਾਲ ਪਰਲੇ ਪਾਸੇ ਨਾ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹੁੰਦਾ ਸੀ ਇੱਕ ਛੋਟਾ ਜਿਹਾ। ਹਾਂਜੀ। ਉਸ ਦਫ਼ਤਰਾਂ ਹੀ ਫਿਰ ਰਸਤਾ ਅੱਗੇ ਪਾੜਿਆ ਹੋਇਆ ਸੀ ਬਾਹਰ ਨੂੰ। ਅੱਛਾ, ਪਾੜੇ ਹੋਏ ਸੀ ਪਹਿਲਾਂ ਨਿਕਲਣ ਵਾਸਤੇ? ਇਹਨਾਂ ਨੇ 4-5 ਤਰੀਕ ਨੂੰ ਇਹਨਾਂ ਨੇ ਪਹਿਲਾਂ ਪਾੜੇ ਹੋਏ ਸੀ। ਅਸੀਂ ਕਿਹੜੀ ਜਥੇਬੰਦੀ ਵੱਲੋਂ ਪਾੜੇ ਗਏ ਸੀ ਉਹ ਜਿਹੜੇ? ਇਹ ਉਹ ਬੱਬਰਾਂ ਵੱਲੋਂ, ਇੱਧਰੋਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਵੱਲੋਂ ਸੀ, ਗੁਰੂ ਰਾਮਦਾਸ ਸਰਾਂ ਵੱਲੋਂ। ਜਿਹੜੇ ਪਰਲੇ ਪਾਸੇ ਸੀ ਉਹ ਬੱਬਰਾਂ ਵੱਲੋਂ ਸੀ। ਅੱਛਾ, ਬੱਬਰ ਖਾਲਸਾ ਵੱਲੋਂ। ਹਾਂ, ਬੱਬਰ ਖਾਲਸਾ ਵੱਲੋਂ ਜੀ। ਤੇ 4 ਤਰੀਕ ਨੂੰ ਸਾਰੀ ਕਾਰਵਾਈ ਹੁੰਦੀ ਹਥਿਆਰਾਂ ਦੀ, ਕਿਉਂਕਿ ਹਥਿਆਰਾਂ ਬਿਨਾਂ ਜੰਗ ਜਿਹੜੀ ਨਹੀਂ ਲੜ ਸਕਦੇ। ਹਥਿਆਰ ਕਿਹੜੇ ਤਰ੍ਹਾਂ ਦੇ ਹਥਿਆਰ ਉਸ ਟਾਈਮ ਸੀਗੇ ਜਿਹੜੇ ਖਾੜਕੂ ਸਿੰਘ ਅੰਦਰ ਲੜ ਰਹੇ ਸੀ, ਤੇ ਮੁਕਾਬਲਾ ਉਹਨਾਂ ਦਾ ਕਿਹੜੇ ਹਥਿਆਰਾਂ ਨਾਲ ਸੀਗਾ? ਫੌਜ ਦੇ ਕੋਲ ਕੀ ਕੁਝ ਸੀਗਾ? ਫੌਜ ਕੋਲ ਤੇ ਹਰ ਤਰ੍ਹਾਂ ਦਾ ਜਿਹੜਾ ਫੌਜ ਕੋਲ ਹੁੰਦਾ ਹੀ ਸਾਰਾ, ਆਪਣੇ ਤੇ ਕੋਈ ਬਾਹਲਾ ਜ਼ਿਆਦਾ ਨਹੀਂ ਸੀ ਹਥਿਆਰ, ਫਿਰ ਵੀ ਚਲੋ ਜਿਵੇਂ ਹੈਗੇ ਸੀ, ਤੇ ਆਮ ਜਿਹੜੇ ਨਾਰਮਲ ਆਪਣੇ ਹਥਿਆਰ ਹੁੰਦੇ ਨੇ ਉਹੀ ਸੀ ਜ਼ਿਆਦਾ। ਤਾਂ ਹਲਕੇ ਹਥਿਆਰ ਸੀ, ਜ਼ਿਆਦਾ ਖੁੱਲ ਕੇ ਤੁਸੀਂ ਨਹੀਂ ਦੱਸ ਰਹੇ? ਨਹੀਂ, ਖੁੱਲ ਕੇ ਨਹੀਂ, ਮਤਲਬ ਕਿ ਹਾਂਜੀ ਹਾਂਜੀ। ਤੇ ਬਾਕੀ ਇਹ ਜਿਹੜੇ ਉਹਨਾਂ ਦੇ ਖੋਏ ਸੀ ਨਾ, ਉਹਨਾਂ ਦੇ ਵੀ ਖੋਏ ਸੀ, ਉਹਨਾਂ ਦੇ ਫੌਜ ਦੇ ਜਿਹੜੇ ਅੰਦਰ ਵੜਦੀ ਸੀ ਨਾ, ਉਹ ਜਿਹੜੇ ਖੋ ਕੇ ਨਾ ਫਿਰ ਉਹ ਵਰਤੇ, ਉਹ ਜ਼ਿਆਦਾ ਵਰਤੇ ਆ। ਅੱਛਾ, ਜਿਹੜੇ ਉਹ ਮਰਦੇ ਸੀ ਉਹਨਾਂ ਦੇ ਹਥਿਆਰ ਹੀ ਫਿਰ ਸਿੰਘਾਂ ਨੇ ਉਹਨਾਂ ਦੇ ਹਥਿਆਰ ਵਰਤਦੇ, ਉਹਨਾਂ ਦੇ ਵੀ ਬਹੁਤ ਵਰਤੇ। ਤੇ ਜਦੋਂ ਬਾਬਾ ਜੀ, ਇਹੀ ਸਵਾਲ ਸੀ ਮੇਰਾ ਅਗਲਾ, ਜਦੋਂ ਫੌਜ ਦੀ ਪਹਿਲੀ ਟੁਕੜੀ ਅੰਦਰ ਆਉਂਦੀ, ਕਹਿੰਦੇ ਨੇ ਕਿ ਕਿਉਂਕਿ ਜੋ ਲਿਖਣ ਸੁਣਨ ਪੜ੍ਹਨ ਦੇ ਵਿੱਚ ਆਉਂਦਾ ਹੈ ਕਿ ਫੌਜ ਦੇ ਉੱਪਰ ਇੱਕ ਆਕਾਸ਼ੀ ਬਿਜਲੀ ਵਾਂਗ ਜਿਹੜੀਆਂ ਗੋਲੀਆਂ ਪਈਆਂ, ਕਿਸ ਤਰ੍ਹਾਂ ਦੀ ਮੋਰਚੇਬੰਦੀ ਸੀ ਜਰਨਲ ਸਵੇਗ ਸਿੰਘ ਜੀ ਵੱਲੋਂ ਕੀਤੀ ਗਈ ਕਿ ਜਿਹੜਾ ਇੰਨਾ ਫੌਜ ਦਾ ਨੁਕਸਾਨ ਜਿਹੜਾ ਕੀਤਾ ਗਿਆ, ਕਿੱਥੇ ਮੋਰਚੇਬੰਦੀ ਸੀ, ਜੇ ਥੋੜਾ ਦੱਸ ਸਕਦੇ ਹੋ? ਇਸ ਤਰ੍ਹਾਂ ਜੀ, ਮੋਰਚੇਬੰਦੀ ਤਾਂ ਦਰਬਾਰ ਸਾਹਿਬ ਦੇ ਸਾਰੇ ਪਾਸੇ ਹੈਗੀ ਸੀ, ਜਿੱਥੋਂ ਸੀਗਾ ਵੀ ਮੁਸ਼ਕਲ ਆ ਸਕਦੀ ਹੈ। ਤੇ ਜਰਨਲ ਸਵੇਗ ਸਿੰਘ ਦਾ ਬੜਾ ਤਗੜਾ ਐਕਸਪੀਰੀਅੰਸ ਸੀ, ਤੇ ਇਹਦੇ ਫੌਜੀਆਂ ਦੇ ਦੱਸਣ ਮੁਤਾਬਕ ਵੀ ਜਿਹੜਾ ਜਿਵੇਂ ਫੌਜ ਨੂੰ ਨਾ ਜਿੱਦਾਂ ਇੱਕ ਜੁਗਤੀ ਦੱਸੀ ਜਾਂਦੀ ਹੈ ਕੋਈ ਨਵੀਂ, ਜਿਹੜੀ ਦੁਸ਼ਮਣ ਕੋਲ ਨਾ ਹੋਵੇ ਜਦੋਂ ਜੰਗ ਲੜਨਾ ਨਾ, ਤੇ ਉਹ ਦੱਸੀ ਜਾਂਦੀ ਹੈ ਫੌਜੀਆਂ ਨੂੰ। ਤੇ ਜਨਰਲ ਸਵੇਗ ਸਿੰਘ ਨੂੰ ਪਤਾ ਸੀ ਵੀ ਆਹ ਜੁਗਤੀ ਸਾਡੀ ਫੌਜ ਕੋਲ ਹੈ ਨਹੀਂ ਗੀ, ਆਹ ਜੁਗਤੀ ਨਾਲ ਅਸੀਂ ਜ਼ਿਆਦਾ ਵੱਧ ਤੋਂ ਵੱਧ ਨੁਕਸਾਨ ਕਰ ਸਕਦੇ। ਫਿਰ ਉਹ ਜਨਰਲ ਸਵੇਗ ਸਿੰਘ ਨੇ ਉਹ ਜੁਗਤੀ ਵਰਤੀ। ਕਿਸ ਤਰ੍ਹਾਂ ਦੀ ਜੁਗਤੀ ਜੇ ਗੱਲ ਕਰੀਏ, ਥੋੜਾ ਜਿਹਾ ਜੇ ਹੋਰ ਡਿਟੇਲ ਦੇ ਵਿੱਚ ਦੱਸ। ਤਰੀਕਾ ਦੱਸਿਆ ਵੀ ਕਿਵੇਂ ਲੜਨਾ, ਕਿਵੇਂ ਰੀਂਗ ਕਿਆ ਹੋਣਗੇ, ਕਿਵੇਂ ਮਾਰਨੇ ਨੇ, ਹੈ ਨਾ, ਉਹ ਸਾਰਾ ਜਿਹੜਾ ਉਹ ਤਰੀਕਾ ਸਾਰਾ ਸੀ।
ਸਾਰਾ ਸੀ। ਤੇ ਕਿੰਨੀ ਫੌਜ ਦੀ ਗਿਣਤੀ ਬਾਰੇ ਵੀ ਭੁਲੇਖੇ ਨੇ ਜਿਹੜੇ, ਕੋਈ ਤਾਂ ਕਹਿੰਦੇ ਨੇ ਕਿ 20,000 ਦੇ ਨੇੜੇ ਤੇੜੇ ਫੌਜ ਸੀ, ਕੋਈ ਉਸ ਤੋਂ ਘੱਟ ਦੱਸਦਾ ਗਿਣਤੀ, ਕੋਈ ਜ਼ਿਆਦਾ ਦੱਸਦਾ। ਤੁਸੀਂ ਮੋਰਚੇ ਦੇ ਵਿੱਚ ਲੜੇ ਹੋ ਖੁਦ, ਤੁਸੀਂ ਨੇ ਨੇੜੇ ਤੋਂ ਵਾਚਿਆ ਸਾਰਾ ਕੁਝ, ਅਸਲ ਗਿਣਤੀ ਕਿੰਨੀ ਸੀ ਫੌਜ ਦੀ ਜਿਹੜੀ ਆਈ ਸੀ ਜਿਹੜੀ ਚੜ੍ਹ ਕੇ? ਉਹ ਤਾਂ ਲੱਖ ਤੋਂ ਉੱਤੇ ਸੀ। ਅੱਛਾ। ਹਾਂ, ਜਿਹੜੀ ਚੜ੍ਹ ਕੇ ਆਈ ਸੀ ਨਾ, ਹਾਂਜੀ, ਉਹ ਤਾਂ ਲੱਖ ਤੋਂ ਉੱਤੇ ਸੀ। ਇੰਨੇ ਕੁ ਤਾਂ ਮਰੇ, ਜਿੰਨੇ ਕੁ ਦੱਸ ਰਹੇ ਨਾ ਤੁਸੀਂ, ਇੰਨੇ ਕੁ ਤਾਂ ਮਰ ਗਏ ਹੋਣੇ। ਅੱਛਾ, ਇੰਨਾ 14,000 ਮਤਲਬ ਜਿਹੜੀ ਇਹਨਾਂ ਦੇ ਦੱਸਣ ਮੁਤਾਬਕ ਹੀ ਹੈ। ਹਾਂਜੀ, ਹਾਂ। ਅੱਛਾ, ਮਤਲਬ ਇੰਨੀ ਨੁਕਸਾਨ ਜਿਹੜਾ ਇੰਨਾ ਭਾਰੀ ਫੌਜ ਉਹ ਕਹਿੰਦੇ ਸਾਡਾ ਨਾ ਪਾਕਿਸਤਾਨ ਨਾਲ ਤੇ ਨਾ ਚਾਈਨਾ ਨਾਲ ਇਹਨਾਂ ਨੁਕਸਾਨ ਹੋ ਸਕਿਆ, ਨਾ ਹੋਣਾ ਸੀ ਜੇ ਜੰਗ ਲੜਦੇ ਜਿੰਨਾ ਇੱਥੇ ਹੋ ਗਿਆ ਸਾਡਾ। ਅੱਛਾ। ਗੁਰੂ ਰਾਮਦਾਸ ਨੇ ਕਿਰਪਾ ਕੀਤੀ ਨਾ ਫਿਰ। ਤੇ ਦੋਸਤੋ, ਬਾਬਾ ਜੀ ਨੇ ਜਿਹੜਾ ਵਰਤਾਰਾ ਉਸ ਟਾਈਮ ਦਾ 4 ਜੂਨ ਤੱਕ ਦਾ ਵਰਤਾਰਾ ਦੱਸਿਆ। ਅਗਲੀ ਗੱਲਬਾਤ ਬਾਬਾ ਜੀ ਨਾਲ ਕਰਦੇ ਹਾਂ। ਬਾਬਾ ਜੀ, ਗੱਲਾਂ ਹੋਰ ਨੇ ਕਿ ਖਾਣ ਪੀਣ ਦੀ ਰਸ਼ਦ ਦੀ ਪ੍ਰੋਬਲਮ ਤੁਸੀਂ ਦੱਸਿਆ 4 ਤਰੀਕ ਤੱਕ ਨਹੀਂ ਆਈ, ਤੇ ਫਿਰ ਆਰਾਮ ਕਿੱਦਾਂ ਕਰਦੇ ਸੀ? ਕਿਉਂਕਿ ਲੜਨ ਵਾਸਤੇ ਆਰਾਮ ਵੀ ਜ਼ਰੂਰੀ ਹੋ ਜਾਂਦਾ, ਸੌਣ ਦਾ ਜਾਂ ਹੋਰ ਖੁਰਾਕ ਡਾਈਟ ਵਗੈਰਾ ਆਪਣੀ ਜਿਹੜੇ ਰੋਟੀ ਪਾਣੀ ਦਾ, ਉਹ ਕਿੱਦਾਂ ਫਿਰ ਪੂਰਤੀ ਕੀਤੀ 4, 5, 6 ਤਰੀਕ ਨੂੰ? ਲੰਗਰ ਦੀ ਤਾਂ ਚਲੋ ਹੈਗਾ ਸੀ ਉੱਥੇ ਸਾਰਾ, ਜਿੱਥੇ ਅਸੀਂ ਪਹਿਲਾਂ ਰਹਿ ਰਹੇ ਸਾਂ। 5 ਤਰੀਕ ਨੂੰ ਅਸੀਂ ਉੱਥੇ ਲੰਗਰ ਛਕਾਉਣ ਦੀ ਤਾਂ ਗੱਲ ਹੀ ਕੋਈ ਨਹੀਂ ਸੀ ਬਾਹਲੀ ਤਾਂ, ਹੈ ਨਾ, ਵੀ ਕੋਈ ਲੰਗਰ ਛਕਣ ਦਾ ਹੈਗਾ। ਛੋਲੇ ਸੀ, ਉਹ ਖਾਈ ਜਾਓ, ਬਸ ਠੀਕ ਹੈ। ਅੱਛਾ, ਛੋਲੇ ਸੀ ਪੁੱਜੇ। ਹਾਂ। ਤੇ ਉਸ ਤੋਂ ਬਾਅਦ ਚ ਫਿਰ ਜਿਹੜਾ ਅਸੀਂ ਆ ਗਏ 5 ਦੀ ਸ਼ਾਮ ਨੂੰ ਆ ਗਏ ਇੱਧਰ, ਰਾਤ ਨੂੰ ਦੱਸਿਆ ਤੁਹਾਨੂੰ ਨਾ। ਹਾਂਜੀ। ਫਿਰ 5 ਦੀ ਰਾਤ ਨੂੰ ਜਦੋਂ ਅਸੀਂ ਆਏ ਉਧਰੋਂ, ਫਿਰ ਟੈਂਕ ਆ ਗਏ। ਅੱਛਾ, ਟੈਂਕ 5 ਤਰੀਕ ਨੂੰ ਆਏ ਨੇ? 5 ਤਰੀਕ ਰਾਤ ਨੂੰ। ਅੱਛਾ ਜੀ। ਉਦੋਂ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਆ ਗਏ। ਅਸੀਂ ਪਰਲੇ ਪਾਸੇ ਨਿਕਲ ਕੇ ਆਏ ਨਾ, ਅਸੀਂ ਦੇਖਿਆ ਤੇ ਫਿਰ ਅਸੀਂ ਹੁਣ ਤੇ ਜਾ ਨਹੀਂ ਸਕਦੇ, ਉੱਥੇ ਰੁਕ ਗਏ ਸੀ। ਅੱਛਾ। ਫਿਰ ਕਮਰਾ ਵੇਖਿਆ, ਕਮਰਾ ਖੁੱਲਾ ਸੀ। ਹਾਂਜੀ। ਤੇ ਉਹ ਬੱਚੇ ਵੀ ਤੇ ਮੈਂ ਵੀ, ਘਰ ਦੇ ਸਾਡੇ, ਉਹਨਾਂ ਨੂੰ ਅਸੀਂ ਉਹ ਦੂਜੀ ਮੰਜ਼ਲ ਤੇ ਕਮਰਾ ਖਾਲੀ ਸੀ, ਉਸ ਤੇ ਚਲੇ ਗਏ। ਰਾਤ ਨੂੰ ਜਦੋਂ ਮਿਲਟਰੀ ਆਈ ਹੈ ਨਾ, ਜਿੱਥੇ ਪਾਣੀ ਵਾਲੀ ਟੈਂਕੀ ਜਿਹੜੀ ਟੁੱਟੀ ਆ, ਜਿਹਦੇ ਉੱਤੇ ਮੋਰਚਾ ਸੀ, ਉਹਦੇ ਲਾਗੇ ਥੱਲੇ ਇੱਕ ਰਸਤਾ ਸੀ, ਲੋਹੇ ਦਾ ਗੇਟ ਸੀ। ਉਹ ਤੋੜ ਕੇ ਫਿਰ ਮਿਲਟਰੀ ਜਿਹੜੀ ਅੰਦਰ ਵੜੀ ਹੈ ਸਰਾਂ ਵਾਲੇ ਪਾਸੇ। ਅੱਛਾ, ਸਰਾਂ ਵਾਲੇ ਪਾਸੇ ਤੋਂ ਪਹਿਲੀ ਟੁਕੜੀ ਜਿਹੜੀ ਅੰਦਰ ਵੜੀ, ਉਹ ਉਸ ਸਾਈਡ ਤੋਂ ਵੜੀ? ਉਸ ਸਾਈਡ ਤੋਂ ਵੜੀ ਆ। ਕੋਈ ਅਗਲੇ ਪਾਸੇ ਵੀ ਆਈ ਆ, ਪਰ ਜਿਹੜੇ ਇੱਧਰ ਆਏ ਨੇ ਉਹਨਾਂ ਨੇ ਫਿਰ ਆਉਂਦਿਆਂ ਫਾਇਰਿੰਗ ਕਰਕੇ ਜਿੰਨੇ ਵੀ ਬਰਾਂਡਿਆਂ 'ਚ ਬੈਠੇ ਸੀ ਸਭ ਉਹਨਾਂ ਨੇ ਮਾਰ ਦਿੱਤੇ ਫੌਜ ਵੱਲੋਂ। ਜਿਹੜੀ ਸੰਗਤ ਆਮ ਵੀ ਬੈਠੀ ਸੀ, ਜਿਹੜਾ ਵੀ ਦਿਖਿਆ ਬਾਹਰ ਸਭ ਮਾਰਤੇ। ਜਿਹੜੇ ਕਮਰਿਆਂ 'ਚ ਸਨ ਨਾ, ਉਹਨਾਂ ਨੇ ਇੰਨਾ ਕਰੀ ਗਏ ਵੀ ਉਹ ਕੁੰਡੇ ਬੰਦ ਕਰੀ ਗਏ ਬਾਹਰੋਂ। ਫੌਜ ਵਾਲਿਆਂ ਨੇ ਕੁੰਡੇ ਬੰਦ ਕਰਤੇ ਬਾਹਰੋਂ। ਅੱਛਾ। ਵੀ ਕੋਈ ਨਿਕਲੇ ਨਾ। ਤੇ ਕਿਸੇ ਦੇ ਬ੍ਰਸ਼ਟ ਮਾਰਤਾ ਥੱਲੇ, ਕੋਈ ਵਿੱਚ ਹੋ ਗਿਆ। ਸਾਡੇ ਵੀ ਇੱਕ ਬੱਚਾ ਸ਼ਹੀਦ ਹੋਇਆ ਸੀ ਉੱਥੇ ਤੁਹਾਡੇ ਸਾਹਮਣੇ। ਹਾਂ। ਤੇ ਇਸ ਤਰ੍ਹਾਂ ਫਿਰ ਬਾਅਦ ਚ ਇਹਨਾਂ ਨੇ ਜਿਵੇਂ ਰਾਤ ਨੂੰ ਦੇਖਦੇ ਰਹੇ ਅਸੀਂ, ਬੜਾ ਚੀਕ ਚਿਹਾੜਾ ਥੱਲੇ ਪਿਆ, ਗੋਲੀ ਚੱਲੇ। ਇੱਕ ਜਿੱਥੇ ਸਾਡਾ ਕਮਰਾ ਸੀ ਉਹਦੇ ਸਾਹਮਣੇ ਕਮਰਾ ਸੀ, ਉਹ 'ਚ ਅੱਗ ਲਾਤੀ। ਕਿਸ ਤਰ੍ਹਾਂ ਇਹਨਾਂ ਨੇ ਮਰ ਕੇ 10-15 ਬੰਦੇ ਹੋਣਗੇ, ਜਾਣੇ ਮੱਚਦੇ ਭੱਜੇ ਫਿਰਦੇ ਆ, ਬਹੁਤ ਤੜਫ ਰਹੇ ਸਨ। ਜਿਉਂਦੇ ਨੂੰ ਅੱਗ ਲਾਈ ਉੱਥੇ, ਜਿਉਂਦੇ ਨੂੰ ਫੌਜ ਵੱਲੋਂ ਅੱਗ ਲਾਈ। ਹਾਂ। ਤੇ ਉਹ ਉਹਨਾਂ ਨੂੰ ਸਾੜਿਆ ਗਿਆ। ਫਿਰ ਜਦੋਂ ਦਿਨ ਚੜ੍ਹੇ ਇਹਨਾਂ ਨੇ ਫਿਰ ਸਾਨੂੰ ਇੱਕ ਕਮਰਾ ਖੋਲ ਕੇ ਫਿਰ ਥੱਲੇ ਲਿਆਂਦਾ ਸਾਰਿਆਂ ਨੂੰ। ਅੱਛਾ। ਨਹੀਂ, ਮਤਲਬ ਫੌਜ ਦਾ ਮੁਕਾਬਲਾ ਜਿਹੜਾ ਹਥਿਆਰਬੰਦ ਨੌਜਵਾਨਾਂ ਨਾਲ ਸੀ, ਜਿਹੜੇ ਲੜ ਰਹੇ ਸੀ। ਹੁਣ ਜਿਹੜੀ ਆਮ ਸੰਗਤ, ਇੱਕ ਦਰਸ਼ਨ ਕਰਨ ਆਈ ਸੰਗਤ, ਉਹਦਾ ਤਾਂ ਕੋਈ ਕਸੂਰ ਨਹੀਂ, ਫਿਰ ਵੀ ਫੌਜ ਵੱਲੋਂ ਕਿਉਂ ਇਹ ਕਾਰਵਾਈ ਜੋ ਤੁਸੀਂ ਦੱਸ ਰਹੇ ਹੋ ਕਿਉਂ ਕੀਤੀ ਗਈ? ਇੱਦਾਂ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ, ਤੁਸੀਂ ਦੱਸ ਰਹੇ ਹੋ। ਇਹ ਨਸਲਕੁਸ਼ੀ ਕਰਨ ਵਾਸਤੇ ਜੇ ਕਰਨ, ਜਿਵੇਂ ਪਹਿਲਾਂ ਦੱਸਿਆ, ਇਸੇ ਕਰਕੇ ਤਾਂ ਉਹਨਾਂ ਨੇ ਇਹ ਦਿਨ ਚੁਣਿਆ ਸੀ ਵੀ ਵੱਧ ਤੋਂ ਵੱਧ ਮਾਰੇ ਜਾਣਗੇ। ਪਰ ਮਰਨ ਵਾਲੇ ਜਿਹੜੇ ਸੀ ਨਾ ਸਰਾਂ ਵਿੱਚ, ਵਿਚਾਰੇ ਯਾਤਰੂ ਜਾਂ ਕੋਈ ਰਿਕਸ਼ੇ ਰੇਹੜੀਆਂ ਵਾਲੇ ਜਿਹੜੇ ਸੀ, ਲੰਗਰ ਪਾਣੀ ਛੱਕ ਕੇ ਦਿਹਾੜੀਦਾਰ ਆ ਕੇ ਜਿਵੇਂ ਬਰਾਂਡਿਆਂ 'ਚ ਸੌਂ ਜਾਂਦੇ ਸਨ ਵਾਲੇ, ਉਹ ਮਾਰੇ। ਉਸ ਤੋਂ ਬਾਅਦ 'ਚ ਜਿਹੜੇ ਦਿਨ ਨੂੰ ਸਾਨੂੰ ਕੱਢਿਆ ਤੇ ਕਾਫੀ ਇਹਨਾਂ ਨੇ ਸਾਨੂੰ ਕੁੱਟਿਆ ਮਾਰਿਆ ਵੀ ਉੱਥੇ, ਤਸ਼ੱਦਦ ਹੋਇਆ। ਹਾਂ। ਫਿਰ ਇੱਕ ਖੂੰਜੇ 'ਚ ਸਾਨੂੰ, ਬਰਾਂਡੇ ਦੇ ਇੱਕ ਖੂੰਜੇ 'ਚ ਬਿਠਾ ਦਿੱਤਾ। ਅਸੀਂ ਦੇਖਦੇ ਹਾਂ ਕਿ ਮੇਰਾ 10-11-12 ਵਜੇ ਦਾ ਸਮਾਂ ਹੋਣਾ। ਥੱਲੇ ਉਹਨਾਂ ਕਿਸੇ ਨੇ, ਜਿਹੜੀ ਗੁਰੂ ਰਾਮਦਾਸ ਸਰਾਂ ਹੈ ਥੱਲੇ ਬੇਸਮੈਂਟ ਆ, ਉਹਦੇ 'ਚ ਉਹਦੇ ਵਿੱਚ ਚਿੱਟਾ ਕੱਪੜਾ ਕੱਢਿਆ ਕਿਸੇ ਨੇ, ਏਦਾਂ ਹਿਲਾਇਆ ਵੀ ਜਿਵੇਂ ਫੌਜ 'ਚ ਹੁੰਦਾ ਹੀ ਆ ਵੀ
ਚਿੱਟੀ ਫੌਜ ਵੱਲੋਂ ਕੱਢਿਆ ਗਿਆ ਜਾਂ ਨਾ, ਕਿਸੇ ਸਿੰਘ ਵੱਲੋਂ? ਥੱਲਿਓਂ ਕੋਈ ਅੱਛਾ ਯਾਤਰੂ ਸਨ ਜਿਹੜੇ, ਅੱਛਾ ਜਾਤਰੂ। ਆਮ ਜਿਹੜੀ ਪਬਲਿਕ ਸੀ ਹਾਂਜੀ। ਉਹਨਾਂ 'ਚ ਕੋਈ ਸਿਆਣਾ ਹੋਣਾ ਵੀ ਫਿਰ ਫੌਜ ਕੁਛ ਨਹੀਂ ਕਹਿੰਦੀ ਹੁੰਦੀ ਵੀ ਜੇ ਚਿੱਟਾ ਝੰਡਾ ਕੱਢ ਦਿਓ ਨਾ ਫਿਰ ਨਹੀਂ ਫੌਜ ਕੁਛ ਕਹਿੰਦੀ। ਉਹਨਾਂ ਨੇ ਕੱਢਿਆ ਤੇ ਇਹਨਾਂ ਨੇ ਆਵਾਜ਼ ਦਿੱਤੀ ਵੀ ਬਾਹਰ ਆ ਜਾਓ, ਹੱਥ ਖੜੇ ਕਰਕੇ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਤੇ ਉਹ ਉਦੋਂ ਸਾਰੇ ਆ ਗਏ ਬਾਹਰ, ਕਹਿੰਦੇ ਲਾਈਨਾਂ ਲਾ ਲਓ, ਲਾਈਨਾਂ ਲਾਤੀਆਂ, ਲਾਈਨਾਂ ਲੱਗੀਆਂ ਹੀ ਹਲੇ ਤੇ ਸਾਰੇ ਆ ਗਏ ਜਦੋਂ ਬਾਹਰ, ਤੇ ਇੱਕਦਮ ਇੱਕ ਬਿਸਲ ਵੱਜੀ ਆ, ਗੋਲੀਆਂ ਚੱਲੀਆਂ, ਉਧਰੋਂ ਗ੍ਰਨੇਡ, ਜਾਣੀ ਉਹ ਜਿਹੜੇ ਐ ਸੀ ਜਿਵੇਂ ਲੱਕੜਾਂ ਵੱਢ ਵੱਢ ਕੇ ਸੁੱਟੇ ਢੇਰ ਲਾਈ ਦੇ ਰਹਿਣਾ। ਹਾਂਜੀ, ਵੀ ਇਸ ਤਰ੍ਹਾਂ ਢੇਰ ਲੱਗ ਗਿਆ ਲਾਸ਼ਾਂ ਦਾ ਹੀ ਉੱਥੇ, ਜਿਹੜੇ ਬੰਦੇ ਸੀ ਉਹ ਸਾਰੇ ਹੀ ਮਾਰ ਦਿੱਤੇ ਗਏ ਮਤਲਬ? ਸਾਰੇ ਮਾਰਤੇ। ਉਹ 'ਚ 2-3 ਬੱਚੇ ਸੀ ਜਿਹੜੇ ਭੱਜ ਕੇ ਜਾਂ ਥੱਲੇ ਉਹ ਸੜਨਾਰ ਜੇਲ੍ਹ 'ਚ ਰਹੇ ਆ। ਤੇ ਉਸ ਸਮੇਂ ਹੀ ਇੱਕ ਬੀਬੀ ਦੇ ਪੇਟ ਵਿੱਚੋਂ ਅਸੀਂ ਬੱਚਾ ਵੀ ਡਿੱਗਦਾ ਵੇਖਿਆ, ਪੇਟ ਫਟਣ ਨਾਲ। ਪੇਟ ਫਟਣ ਨਾਲ ਨਾ ਪੇਟ ਵਿੱਚੋਂ ਬੱਚਾ, ਫਿਰ ਸਾਨੂੰ 3-4 ਦਿਨ ਹੋ ਗਏ ਪਤਾ ਲੱਗਾ ਵੀ ਉਹ ਸੰਗਰੂਰ ਦੀ ਬੀਬੀ ਸੀ ਕੋਈ। ਤੇ ਉਧਰੋਂ ਜਦੋਂ ਸਾਨੂੰ ਸ਼ੇਰ ਨੂੰ ਦੱਸਿਆ ਨਾ ਗੋਲੀ ਚੱਲੀ ਆ, ਇਹਨਾਂ ਨੇ ਬੰਦੇ ਮਾਰੇ ਨੇ, ਜਦੋਂ ਅਸੀਂ ਆ ਕੇ ਦੇਖਿਆ ਨਾ, ਜਦੋਂ ਸਾਨੂੰ ਥੱਲੇ ਉਤਾਰਿਆ ਦੂਜੀ ਮੰਜ਼ਿਲ ਤੋਂ, ਅਸੀਂ ਆ ਕੇ ਵੇਖਿਆ ਜਿਹੜਾ ਬਰਾਂਡਾ ਸੀ ਨਾ ਦੂਜੇ ਦਾ, ਸਰਾਂ ਦਾ, ਉਹ ਉਹਦੇ ਨਾਲ ਇੱਕ ਹੋਰ ਜਗ੍ਹਾ ਕਾਫੀ ਨੀਵੀਂ ਆ। ਬਰਾਂਡਾ ਕਾਫੀ ਉੱਚਾ ਸੀ ਤੇ ਉਹ ਜਗ੍ਹਾ ਕਾਫੀ ਨੀਵੀਂ ਸੀ। ਐਨੇ ਲਾਸ਼ਾਂ ਦੇ ਢੇਰ ਲੱਗੇ ਪਏ ਸੀ, ਜਿਹੜੇ ਰਾਤ ਆਵਾਜ਼ ਆਉਂਦੀ ਸੀ, ਜਿਹੜੇ ਮਾਰੇ ਸੀ ਰਾਤ, ਐਨੇ ਢੇਰ ਲੱਗੇ ਸੀ, ਉਹ ਬਰਾਂਡੇ ਨਾਲੋਂ ਵੀ ਉੱਚੇ ਹੋਏ ਪਏ ਸੀ ਲਾਸ਼ਾਂ ਦੇ ਢੇਰ, ਉਹ ਉਸ ਤੋਂ ਵੀ ਉੱਚੇ ਹੋਏ ਪਏ ਸਨ। ਤੇ ਉਹਨਾਂ ਵਿੱਚ ਹੀ ਨਾ ਅਸੀਂ ਦੇਖ ਰਹੇ ਹਾਂ, ਸਾਹਮਣੇ ਬੈਠੇ ਸਾਨੂੰ ਉਹਨਾਂ ਨੇ ਬਿਠਾਇਆ ਉੱਥੇ ਖੂੰਜੇ 'ਚ, ਨਾਲ ਇੱਦਾਂ ਫੌਜੀ ਖੜੇ ਨੇ ਨਾਲ ਗਨ ਲੈ ਕੇ ਨਾ, ਪੂਰਾ ਪਹਿਰਾ ਲਾ ਕੇ। ਉਹ ਏਰੀਆ ਜਿੱਥੇ ਤੁਸੀਂ ਗੱਲ ਕਰ ਰਹੇ ਹੋ, ਉਹ ਖੜਕੂ ਸਿੰਘਾਂ ਨੂੰ ਜਿਹੜਾ ਫੌਜ ਵੱਲੋਂ ਜਿਹੜਾ ਆਜ਼ਾਦ ਕਰਵਾ ਲਿੱਤਾ ਗਿਆ ਸੀ ਉਸ ਟਾਈਮ ਤੱਕ? ਉਧਰ ਤੇ ਹੈ ਹੀ ਨਹੀਂ ਸੀ ਖੜਕੂ। ਅੱਛਾ, ਹੈ ਨਹੀਂ ਸੀ, ਯਾਤਰੂ ਸਨ। ਅੱਛਾ, ਆਮ ਯਾਤਰੂ ਸੀ। ਹਾਂ, ਯਾਤਰੂ ਸਨ। ਫਿਰ ਕੀ ਦੇਖਿਆ ਵੀ ਉੱਥੇ ਇੱਕ ਬੀਬੀ ਮਰੀ ਪਈ ਆ, ਉਹਦਾ ਬੱਚਾ 8-9 ਮਹੀਨੇ ਦਾ ਹੋਏਗਾ, ਕਦੇ ਇੱਧਰ ਕਦੇ ਇੱਧਰ, ਦੁੱਧ ਦੀ ਤਲਾਸ਼ ਕਰਦਾ ਬੱਚਾ। ਤੁਹਾਡੇ ਅੱਖੀਂ ਦੇਖਣ ਦੀ ਅੱਖੀਂ ਦੇਖਣ ਦੀ ਗੱਲ ਹੈ, ਦੁੱਧ ਦੀ ਤਲਾਸ਼ ਕਰਦਾ। ਤੇ ਉਹ ਜਿਹੜਾ 2 ਫੌਜੀਆਂ ਨੇ ਵੇਖਿਆ, ਇੱਕ ਨੇ ਨਾ ਉਹਨੂੰ ਫੜਿਆ, ਬੱਚੇ ਨੂੰ ਚੁੱਕ ਕੇ ਨਾ ਤਾਂ ਕਰਤਾ ਇੱਦਾਂ ਲੱਤਾਂ ਫੜ ਕੇ ਨਾ, ਤੇ ਦੂਜੇ ਨੇ ਮਾਰਿਆ ਬ੍ਰਸ਼ਟ, ਲੱਤਾਂ ਤੋਂ ਉਤਲਾ ਢਿੱਡ ਵਾਲਾ ਥੱਲੇ ਵਾਲਾ ਹਿੱਸਾ ਸਾਰਾ ਹੀ ਖਤਮ ਕਰਤਾ ਉਹਨੇ, ਫੌਜ ਵੱਲੋਂ ਚੀਥੜੇ ਉਡਾਤੇ ਬੱਚੇ ਦੇ। ਵੱਡੀਆਂ ਰੌਂਗਟੇ ਖੜੇ ਕਰਨ ਵਾਲੀਆਂ ਗੱਲਾਂ ਹਾਲੇ ਤੱਕ ਬਾਬਾ ਜੀ ਨੇ ਦੱਸੀਆਂ ਨੇ ਕਿ 8-9 ਮਹੀਨੇ ਦੇ ਬੱਚੇ ਜੋ ਜਿਸ ਦੀ ਮਾਂ ਦੀ ਡੈਥ ਹੋ ਚੁੱਕੀ ਆ, ਦੁੱਧ ਦੀ ਤਲਾਸ਼ ਕਰਦੇ 8-9 ਮਹੀਨੇ ਦੇ ਬੱਚੇ ਨੂੰ ਫੌਜੀਆਂ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ, ਫੌਜ ਵੱਲੋਂ ਮਾਰ ਦਿੱਤਾ ਗਿਆ। ਬਾਬਾ ਜੀ, ਜਿਹੜੀ ਇਹ ਕਾਰਵਾਈ ਹੈ ਸਿੱਖ ਫੌਜੀਆਂ ਵੱਲੋਂ ਵੀ ਕੀਤੀ ਗਈ ਜਾਂ ਦੂਜੇ ਹੋਰ ਜਿਹੜੀ ਰੈਜੀਮੈਂਟ ਸੀਗੀ ਉਹਨਾਂ ਵੱਲੋਂ ਜ਼ਿਆਦਾ ਇਹ ਕਾਰਵਾਈ ਕੀਤੀ ਗਈ, ਜਾਂ ਸਿੱਖ ਫੌਜੀ ਵੀ ਉਨੇ ਹੀ ਦੋਸ਼ੀ ਹੋਏ? ਨਹੀਂ, ਸਿੱਖ ਫੌਜੀ ਨਹੀਂ ਸੀ ਕੋਈ ਇਹਨਾਂ 'ਚ। ਅੱਛਾ, ਹਾਂ, ਦੂਜੇ ਫੌਜੀ ਸੀ ਸਾਰੇ, ਬੰਗਾਲੀ ਜੇ ਸਨ ਜਿਹੜੇ ਨਾ, ਕੋਈ ਦੂਜੇ ਹੋਰ ਰੈਜੀਮੈਂਟ ਸੀ, ਸਿੱਖਾਂ ਦਾ ਨਹੀਂ ਸੀ। ਇੱਕ ਇਸ ਤਰ੍ਹਾਂ ਹੀ ਹੋਰ ਹੈ, ਤੇ ਬੜੀਆਂ ਘਟਨਾਵਾਂ ਨੇ, ਬੜਾ ਕੁਝ ਸਾਂਝੀਆਂ ਕਰ ਸਕਦੇ। ਤੇ 2 ਬੱਚੇ ਸਨ ਜਿਹੜੇ ਮਤਲਬ 12-14 ਸਾਲ ਦੀ ਉਮਰ ਦੇ, ਚਿੱਟੇ ਕੱਛੇ ਪਾਏ, ਚਿੱਟੀਆਂ ਬਰੈਣਾਂ ਪਾਈਆਂ, ਚਿੱਟੇ ਸਿਰਾਂ ਤੇ ਰੁਮਾਲ ਜੂੜਿਆਂ ਤੇ। ਬਿਲਕੁਲ ਯਾਦ ਤੁਹਾਨੂੰ ਹਲੇ ਵੀ ਉਸ ਤਰ੍ਹਾਂ ਸੀਨ ਆਈ ਜਾਂਦਾ ਅੱਗੇ, ਆਈ ਜਾਂਦਾ। ਬਿਲਕੁਲ, ਤੁਸੀਂ ਇਮੋਸ਼ਨਲ ਵੀ ਹੋ ਰਹੇ ਹੋ, ਮੈਂ ਤੁਹਾਡਾ। ਹਾਂ, ਉਹ ਜਿਹੜਾ ਨਾ, ਤੇ ਉਹਨਾਂ ਬੱਚਿਆਂ ਨੂੰ, ਉਹਨਾਂ ਨੇ, ਉਹ ਬੱਚੇ ਰੋ ਰਹੇ ਸੀ, ਮੰਮਾ ਪਾਪਾ ਕਹਿ ਰਹੇ ਸੀ। ਤੇ ਉਹ ਮਿਲਟਰੀ ਵਾਲੇ ਕਹਿੰਦੇ ਤੁਹਾਡੇ ਮੰਮਾ ਪਾਪਾ ਉੱਧਰ ਹੈ। ਤੇ ਜਦੋਂ ਉਹ ਬੱਚੇ ਉੱਧਰ ਨੂੰ ਗਏ ਪਰੇ ਨੂੰ, ਤੇ ਪਿੱਛੋਂ ਮਾਰਿਆ ਬ੍ਰਸ਼ਟ ਤੋਂ ਬੱਚਿਆਂ ਦੇ ਵੀ ਢੇਰੀਆਂ ਕਰਤੀ, ਖਤਮ ਕਰ ਦਿੱਤੇ ਬੱਚੇ। ਬਾਬਾ ਜੀ, ਆਮ ਸੰਗਤ ਤੁਸੀਂ ਹੁਣ ਦੱਸ ਰਹੇ ਹੋ ਕਿ 8 ਮਹੀਨੇ ਦੇ ਬੱਚੇ ਤੱਕ ਨੂੰ ਨਹੀਂ ਬਖਸ਼ਿਆ ਗਿਆ, ਪੇਟ ਵਿੱਚ ਨਹੀਂ ਬਖਸ਼ਿਆ ਗਿਆ। ਕਿੰਨੀ ਕੁ ਸੰਗਤ ਸ਼ਹੀਦ ਹੋਈ ਹੋਣੀ ਉੱਥੇ? ਕਿੰਨੀ ਕੁ ਸੰਗਤ ਦੀਆਂ ਡੈੱਡ ਬੋਡੀਜ਼ ਦੇਖ ਕੇ, ਕਿਉਂਕਿ ਤੁਸੀਂ ਉਹ ਮੰਜ਼ਰ ਦੇਖਿਆ ਖੁਦ ਆਪਣੀ ਅੱਖਾਂ ਨਾਲ, ਕੀ ਗਿਣਤੀ ਦਾ ਅੰਦਾਜ਼ਾ ਕਿੰਨਾ ਕੁ ਹੈਗਾ? ਮੇਰੇ ਖਿਆਲ 500-600 ਤਾਂ ਸਰਾਂ ਦੇ ਵਿੱਚ ਹੀ ਹੋਣੇ ਆ, ਜਿਹੜੇ ਜਿਵੇਂ 150 ਫੌਜ ਵੱਲੋਂ ਮਾਰੇ ਗਏ। ਹਾਂ, ਜਿਹੜੇ ਮਾਰੇ ਗਏ। ਮੇਰੇ ਖਿਆਲ 2 ਜਿਹੜੇ ਦੱਸਿਆ ਨਾ ਤੁਹਾਨੂੰ, ਜਿਹੜੇ ਥੱਲੇ ਨਿਕਲੇ ਸੀ ਬੇਸਮੈਂਟ ਚੋਂ, 150-200 ਤਾਂ ਉਹ ਹੋਣਾ। ਅੱਛਾ, ਜਿਹੜੇ ਰਾਤ ਦੇ ਮਾਰੇ ਹੋਏ ਸੀ ਉਹ ਕਿੰਨੇ ਹੋਣਗੇ, ਜਿਹੜੇ ਅਸੀਂ ਦੇਖੇ ਜਿੰਨੇ ਕਿ ਤੁਸੀਂ? ਹਾਂ, ਬਾਕੀ ਅੱਗੇ ਪਿੱਛੇ ਜਿਵੇਂ ਸਮੁੰਦਰੀ ਹਾਲ ਵਾਲੇ ਪਾਸੇ ਜਾਂ ਪ੍ਰਕਰਮਾਂ 'ਚ ਜਾਂ ਹੋਰ ਪਾਸੇ ਉਹ ਗਿਣਤੀ ਨਹੀਂ ਕੀਤੀ। ਅਸੀਂ ਲਾਸ਼ਾਂ ਦੇ ਢੇਰ ਲੱਗੇ ਜਿਹੜੇ ਵੇਖੇ ਨੇ ਨਾ,
ਉੱਥੇ ਲੱਗਦਾ ਵੀ 400-500 ਬੰਦਾ ਜਿਹੜਾ ਨਾ ਵੀ ਬੀਬੀਆਂ ਬੱਚੇ ਬਜ਼ੁਰਗ ਉਹ ਇੱਥੇ ਸਰਾਂ ਵਿੱਚ ਮਾਰੇ ਹੋਣਗੇ। ਤੇ ਤੁਹਾਡੀ ਗ੍ਰਿਫਤਾਰੀ ਫਿਰ 5 ਜੂਨ ਨੂੰ ਹੁੰਦੀ? ਸਾਡੀ ਹੁੰਦੀ ਹੈ 6 ਦੀ ਰਾਤ ਨੂੰ, 6 ਤਰੀਕ ਨੂੰ, ਜਦੋਂ ਸੰਤਾਂ ਦੀ ਸ਼ਹਾਦਤ ਤੋਂ ਬਾਅਦ। ਨਹੀਂ, ਸਾਨੂੰ ਉੱਥੇ ਉਹਨਾਂ ਨੇ ਜੇ ਦੱਸਿਆ ਨਾ ਬਿਠਾਇਆ ਸੀ ਉੱਥੇ ਸਰਾਂ 'ਚ। ਅੱਛਾ। ਉੱਥੋਂ ਫਿਰ ਸਾਨੂੰ ਲੈ ਗਏ ਪਿਛਲੇ ਪਾਸੇ ਭਾਈ ਫੌਜਾ ਸਿੰਘ ਦੀ ਸਿੰਘਣੀ ਰਹਿੰਦੀ ਹੁੰਦੀ ਸੀ, ਜਿਹੜੇ 78 ਸ਼ਹੀਦ ਹੋਏ ਸਨ। ਉਹਨਾਂ ਦਾ ਕਮਰਾ ਸੀ ਪਿਛਲੇ ਪਾਸੇ ਸਰਾਂ ਵਾਲੇ ਪਾਸੇ, ਟੈਂਕੀ ਵਾਲੇ ਪਾਸੇ, ਜਿੱਧਰੋਂ ਫੌਜ ਅੰਦਰ ਵੜੀ ਸੀ। ਉਸ ਪਾਸੇ ਸਾਨੂੰ ਫਿਰ ਉਹਨਾਂ ਨੇ ਲੈ ਗਏ ਤੇ ਫੌਜ ਵੱਲੋਂ ਫੌਜ ਸਾਨੂੰ ਉਹਨਾਂ ਸਾਰਿਆਂ ਨੂੰ ਕਰਨ ਨਾ, ਉਸ ਸਮੇਂ ਪਹਿਲਾਂ ਨਾ ਭਾਨ ਸਿੰਘ ਸਕੱਤਰ ਵੀ ਸਾਡੇ ਕੋਲ ਆਇਆ ਤੇ ਰਾਮੂ ਵਾਲੀਆ ਵੀ ਸਾਡੇ ਕੋਲ ਆਇਆ ਉਦੋਂ ਉੱਥੇ, ਬਲਵੰਤ ਸਿੰਘ ਰਾਮੂ ਵਾਲੀਆ, ਜਿੱਥੇ ਖੂੰਜੇ ਸਾਨੂੰ ਬਿਠਾਇਆ ਹੋਇਆ ਸੀ। ਅੱਛਾ। ਉੱਥੇ ਨਾਮ ਵੀ ਸਾਡੇ ਲਿਖ ਕੇ ਲੈ ਕੇ ਗਏ ਨੇ ਤੇ ਇਹ ਵੀ ਲੈਕਚਰ ਕਰਕੇ ਗਿਆ ਵੀ ਤੁਸੀਂ ਹੁਣ ਇੰਜ ਬੰਦ ਹੋ ਜਿਵੇਂ ਗਿਰੀ ਬਦਾਮ ਦੇ ਕਵਰ ਵਿੱਚ ਬੰਦ ਹੁੰਦੀ ਹੈ ਨਾ, ਵੀ ਤੁਹਾਡਾ ਕੁਝ ਨਹੀਂ ਵਿਗੜਦਾ, ਹੁਣ ਤੁਸੀਂ ਕਿਸੇ ਨੇ ਆਰਾਮ ਨਾਲ ਬੈਠਿਓ ਵੀ ਤੁਹਾਨੂੰ ਆਪਣੇ ਆਪਣੇ ਘਰਾਂ 'ਚ ਛੱਡ ਕੇ ਆਉਣਗੇ। ਅੱਛਾ। ਫਿਰ ਉਸ ਸਮੇਂ ਸਾਨੂੰ ਮੇਰੇ ਖਿਆਲ ਜਾ ਕੇ ਪਾਣੀ ਕੁਝ ਪੰਜਾਬ ਪੁਲਿਸ ਦੇ ਸੀ, ਉਹਨਾਂ ਨੇ ਉਸ ਸਮੇਂ ਕੁਝ ਲਿਆ ਕੇ ਪਾਣੀ। ਅੱਛਾ, ਪੰਜਾਬ ਪੁਲਿਸ ਦੇ ਨੇ ਦਿੱਤਾ ਕੁਝ ਪਾਣੀ, ਫੌਜ ਵੱਲੋਂ ਨਹੀਂ ਕੋਈ ਵੀ ਪਾਣੀ ਵਗੈਰਾ? ਨਹੀਂ, ਫਿਰ ਸਾਨੂੰ ਉੱਥੇ ਤਾਂ ਬਾਹਰ ਕੱਢ ਕੇ ਪਰਲੇ ਪਾਸੇ ਲੈ ਗਏ। ਫਿਰ ਇੱਧਰ ਜਿਹੜੇ ਸਮੁੰਦਰੀ ਹਾਲ 'ਚੋਂ ਹੋਰ ਜਿਹੜੇ ਫੜੇ ਸੀ ਸਾਡੇ ਵਾਲੀ ਜਗ੍ਹਾ ਉਹਨਾਂ ਨੂੰ ਲਿਆਂਦਾ, ਸਾਨੂੰ ਉੱਥੇ ਲੈ ਗਏ। ਉਸ ਤੋਂ ਬਾਅਦ ਫਿਰ ਸਾਨੂੰ ਉੱਥੋਂ ਰਾਤ ਨੂੰ ਬੱਸਾਂ 'ਚ ਬਿਠਾਇਆ ਤੇ ਮਿਲਟਰੀ ਕੈਂਪਾਂ 'ਚ ਲੈ ਗਏ। ਤੇ ਅਰੈਸਟ ਹੋਣ ਤੋਂ ਤੁਹਾਡੇ ਤੋਂ ਪਹਿਲਾਂ ਦੀ ਥੋੜੀ ਆਪਾਂ ਗੱਲ ਕਰੀਏ, ਜਰਨਲ ਸਵੇਗ ਸਿੰਘ ਜੀ ਜਾਂ ਸੰਤ ਜਰਨੈਲ ਸਿੰਘ ਜੀ ਜਾਂ ਭਾਈ ਅਮਰੀਕ ਸਿੰਘ ਜੀ, ਉਹਨਾਂ ਨਾਲ ਤੁਹਾਡੀ ਆਖਰੀ ਮੁਲਾਕਾਤ ਕੋਈ ਹੋਈ ਇਹ ਸਾਰੇ ਵਰਤਾਰੇ ਦੇ ਵਿੱਚ ਜਦੋਂ ਮੁਕਾਬਲਾ ਤੁਹਾਡਾ ਹੋ ਰਿਹਾ ਸੀ? ਕੋਈ ਗੱਲਬਾਤ ਹੋਈ? ਸੰਤ ਬਾਬਾ ਜਰਨੈਲ ਸਿੰਘ ਨਾਲ ਤਾਂ 3 ਤਰੀਕ ਨੂੰ ਮਿਲੇ ਸਾਂ ਅਸੀਂ, ਲਾਸਟ ਮੁਲਾਕਾਤ। ਅੱਛਾ। ਕਿਹੜੀ ਜਗ੍ਹਾ ਮਿਲੇ ਸੀ ਤੁਸੀਂ? ਅਕਾਲ ਤਖਤ ਸਾਹਿਬ ਤੇ। ਅਕਾਲ ਤਖਤ ਸਾਹਿਬ ਤੁਸੀਂ ਉੱਥੇ ਗਏ ਸੀ? ਕੋਈ ਸਮਾਨ ਲੈਣ ਗਏ ਸੀ ਅਸੀਂ ਕੋਈ। ਅੱਛਾ। ਤੇ ਉਹ ਤੇ ਜਿਵੇਂ ਫੌਜੀ ਗੁਰਮੇਲ ਸਿੰਘ ਸੀ ਜਿਹੜੇ ਸਾਡੇ ਜਥੇਦਾਰ ਸੀ, ਹਾਂਜੀ, ਹਜੂਰ ਸਾਹਿਬ ਵਾਲੇ ਕਾਰ ਸੇਵਾ ਵਾਲਿਆਂ ਦੇ, ਹਾਂਜੀ, ਉਹ ਉਹਨਾਂ ਦਾ ਉਹ ਮੈਨੂੰ ਨਾਲ ਲੱਗੇ ਸੀ। 2-3 ਸਿੰਘ ਅਸੀਂ ਹੋਰ ਗਏ ਸਾਂ ਤੇ ਸਾਨੂੰ ਲੈ ਗਏ ਸੀ, ਆਪਾਂ ਜਾ ਕੇ ਆਉਣਾ। ਫਿਰ ਗਏ ਸੀ, ਉਦੋਂ ਮਿਲ ਕੇ ਆਏ ਸੀ। ਸੰਤਾਂ ਦੀ ਉਸ ਟਾਈਮ ਹਾਵ ਭਾਵ ਕਹੇ ਜੇ ਸੀ? ਕਿਉਂਕਿ ਘਸਮਾਣ ਦੀ ਲੜਾਈ ਜਿਹੜੀ ਆ ਸ਼ੁਰੂ ਹੋਣ ਵਾਲੀ ਸੀ ਜਾਂ ਕੁਝ ਹੱਦ ਤੱਕ ਹੋ ਚੁੱਕੀ ਸੀ। ਕੀ ਸੁਨੇਹਾ ਸੰਤਾਂ ਨੇ ਦਿੱਤਾ? ਸੰਤਾਂ ਨੇ ਇਹ ਕਿਹਾ ਭਾਈ ਚੜ੍ਹਦੀ ਕਲਾ ਵਿੱਚ ਰਹਿਣਾ, ਦ੍ਰਿੜਤਾ ਨਾਲ ਰਹਿਣਾ, ਕੋਈ ਗੱਲ ਨਹੀਂ, ਆਪਾਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਤੇ ਸਾਨੂੰ ਹੌਸਲੇ ਰੱਖਣੇ ਚਾਹੀਦੇ ਨੇ ਜੀ। ਹਾਂ। ਤੇ ਸਵੇਗ ਸਿੰਘ ਜੀ ਨਾਲ ਜਾਂ ਭਾਈ ਅਮਰੀਕ ਸਿੰਘ ਜੀ ਨਾਲ? ਭਾਈ ਅਮਰੀਕ ਸਿੰਘ ਨਾਲ ਸਾਡੇ 5 ਨੂੰ ਵੀ ਹੋਈ ਆ। ਅੱਛਾ, 5 ਤਰੀਕ ਨੂੰ ਮੁਲਾਕਾਤ ਉੱਥੇ ਹੀ ਸੀ ਉਹਨਾਂ ਦਾ ਜਿਹੜਾ ਨਾ, ਹਾਂਜੀ, ਉਹਨਾਂ ਦਾ ਜਿਹੜਾ ਕਮਰਾ ਵੀ ਸੀ ਉੱਥੇ ਨੇੜੇ ਸੀ, ਲੰਗਰ ਹਾਲ ਵਿੱਚ ਹੀ। ਇੱਧਰਲੀ ਜਿਹੜੀ ਪੌੜੀ, ਜਿਹੜਾ ਸਾਡਾ ਤੇ ਦੂਜਾ ਮੋਰਚਾ ਸੀ, ਪਰਲੀ ਪੌੜੀ ਤੋਂ ਉਤਰੀਦਾ ਸੀ, ਹਾਂਜੀ, ਇਹ ਜਦੋਂ ਪੌੜੀ ਚੜੀਦਾ ਇਸ ਪਾਸੇ ਸੀ ਇਹਨਾਂ ਦਾ ਕਮਰਾ। ਅੱਛਾ। ਹਾਂ। ਤੇ ਬਾਬਾ ਜੀ ਕਾਫੀ ਜਿਹੜੀ ਸੰਗਤਾਂ ਦੱਸਦੇ ਨੇ ਕਿ ਪਾੜ ਪਾਇਆ ਵਾ ਸੀ ਜਿੱਥੇ ਨੂੰ, ਉੱਥੇ ਨੂੰ ਨਿਕਲ ਵੀ ਗਏ ਸੀ, ਕਾਫੀ ਨਿਕਲੇ ਵੀ ਸੀ, ਜਾਂ ਹੱਥ ਖੜੇ ਕਰਕੇ ਵੀ ਕਾਫੀ ਬਾਹਰ ਆਏ ਸੀ। ਸਵਾਲ ਇਹ ਕਰਦੇ ਨੇ ਕਿ ਜੇਕਰ ਹੋਰ ਸੰਗਤ ਨਿਕਲ ਸਕਦੀ ਸੀ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਕਿਉਂ ਨਹੀਂ? ਵੇਖੋ ਜੀ, ਨਿਕਲਣ ਦਾ ਤਾਂ ਉਹਨਾਂ ਦਾ ਹੈ ਹੀ ਨਹੀਂ ਸੀ ਨਾ, ਵੀ ਜੇ ਨਿਕਲਣਾ ਤਾਂ ਪਹਿਲਾਂ ਨਿਕਲ ਜਾਂਦੇ, ਅਟੈਕ ਹੀ ਕਾਹਨੂੰ ਕਰਾਉਂਦੇ, ਹੈਨਾ। ਵੇਖੋ ਇਹ ਨਿਕਲ ਵੀ ਜਾਂਦੇ, ਇਹਨਾਂ ਨੇ ਨਾ ਜਿਹੜਾ ਇਹਨਾਂ ਤਹਈਆ ਕੀਤਾ, ਵੇਖੋ ਕਿੰਨਾ ਸਮਾਂ ਪਹਿਲਾਂ, ਪਤਾ ਨਹੀਂ ਕਿਹੜਾ ਥਾਂ ਦੱਸਦੇ ਸੀ ਉੱਥੇ ਹਿਮਾਚਲ 'ਚ, ਉੱਥੇ ਇਹਨਾਂ ਨੇ ਪਹਿਲਾਂ ਤਿਆਰੀ, ਬਹੁਤ ਸਮਾਂ ਪਹਿਲਾਂ ਦੀ ਤਿਆਰੀ ਕਰੀ ਹੋਈ ਸੀ ਦਰਬਾਰ ਸਾਹਿਬ। ਅੱਛਾ, ਅਟੈਕ ਦੀ ਸਾਰੀ? ਹਾਂ। ਓਹੋ, ਬਕਾਇਦਾ ਬਣਾ ਕੇ, ਮਾਡਲ ਬਣਾ ਕੇ ਪੂਰਾ ਉਹਨਾਂ ਨੇ ਤਿਆਰੀ ਪਹਿਲਾਂ ਹੀ ਕਰੀ ਹੋਈ ਸੀ। ਇਹਨਾਂ ਨੇ ਕਰਨਾ ਸੀ ਇਹਨਾਂ ਦਰਬਾਰ, ਮਤਲਬ ਚਾਹੇ ਸੰਤ ਉੱਥੇ ਹੁੰਦੇ ਜਾਂ ਨਾ, ਜੇ ਨਿਕਲ ਵੀ ਜਾਂਦੇ ਤਾਂ ਵੀ ਥੋੜਾ ਨਹੀਂ ਕਰਨਾ ਸੀ ਜੀ। ਫਿਰ ਸਾਨੂੰ ਉਹਨਾਂ ਨੇ ਲਿਜਾ ਕੇ ਨਾ ਉੱਥੇ ਦੱਸ ਰਹੇ ਸੀ ਤੁਹਾਨੂੰ, ਹਾਂਜੀ, ਵੀ ਰਾਤ ਨੂੰ ਸਾਨੂੰ 6 ਨੂੰ ਇਹਨਾਂ ਨੇ ਸੁੱਟ ਦਿੱਤਾ ਲਿਆ ਕੇ ਕੈਂਪਾਂ 'ਚ ਸਾਡੇ। ਕਿਹੜੀ ਜਗ੍ਹਾ ਮਿਲਟਰੀ ਕੈਂਪ? ਕਿਹੜੀ ਜਗ੍ਹਾ ਸੀ? ਅੰਮ੍ਰਿਤਸਰ ਸਾਹਿਬ ਹੀ ਸੀ, ਉੱਥੇ ਸੀਗਾ। ਹਾਂ, ਪਰ ਜਿੱਥੇ ਮਿਲਟਰੀ ਏਰੀਆ ਨਾ, ਤੇ ਫਰਸ਼ ਸੀਗੇ, ਫਰਸ਼ਾਂ ਤੇ ਲਿਆ ਕੇ ਸੁੱਟਦਾ। ਸਾਡੇ ਸਿਰਫ ਕਸ਼ਹਿਰਾ, ਨਾ ਸਿਰ ਤੇ ਨਾ ਕੋਈ ਹੋਰ, ਸਿਰਫ ਕਸ਼ਹਿਰੇ, ਦਸਤਾਰ ਵਗੈਰਾ ਨਹੀਂ ਸੀ, ਨਾ ਕੋਈ ਹੋਰ ਬਨੈਣ ਕੁੜਤਾ ਕੋਈ ਨਹੀਂ ਸੀ। ਤੇ ਇਹਨਾਂ ਨੇ ਫਿਰ ਲਿਜਾ ਕੇ ਉੱਥੇ ਸੁੱਟ ਦਿੱਤਾ। ਉੱਥੇ ਸਾਨੂੰ 6 ਦੀ ਰਾਤ, 6 ਦਾ ਦਿਨ, 7 ਦਾ ਦਿਨ, 7 ਦੀ ਰਾਤ, ਜਾਣੀ 10 ਤਰੀਕ ਤੱਕ ਇੱਕੇ ਥਾਂ ਹੀ ਛੁੱਟੀ ਰੱਖਿਆ, ਉੱਥੇ ਹੀ ਰਹੇ ਬਸ। ਹਾਂ, ਛੁੱਟੀ ਰੱਖਿਆ ਬੰਨ ਕੇ। ਅੱਛਾ, ਹੱਥ ਪੈਰ ਉੱਥੇ ਗਰਮੀ, ਦਿਨ ਚੜ੍ਹਦਾ ਰਹਾ ਧੁੱਪ ਦੇ ਵਿੱਚ ਹੀ। ਤੇ ਪ੍ਰਸ਼ਾਦਾ ਪਾਣੀ ਫਿਰ ਤੁਹਾਨੂੰ? ਨਾ, ਪਰ ਜੇ ਕੋਈ ਪਾਣੀ ਮੰਗਾ ਤਾਂ ਗੋਲੀਆਂ ਮਾਰਦੇ ਸਨ। ਕੈਂਪ ਦੇ ਵਿੱਚ ਵੀ ਮਾਰੇ ਗਏ? ਕੈਂਪ 'ਚ ਬਹੁਤ ਮਾਰੇ। ਤੁਹਾਡੇ ਸਾਹਮਣੇ ਕੋਈ ਮਾਰੇ ਵਾਕਾ ਹੋਇਆ? ਹਾਂ, ਜਿਹੜਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ ਭਾਈ ਸੁਜਾਨ ਸਿੰਘ, ਹਾਂਜੀ, ਉਹਨਾਂ ਨੂੰ ਮਾਰਿਆ। ਉਹਨੇ ਪਾਣੀ ਮੰਗਿਆ, ਮੂੰਹ 'ਚ ਗੋਲੀਆਂ ਮਾਰੀਆਂ। ਮੂੰਹ 'ਚ ਗੋਲੀਆਂ ਮਾਰੀਆਂ? ਮੂੰਹ 'ਚ ਗੋਲੀਆਂ ਮਾਰੀਆਂ। ਤੁਸੀਂ ਮਿਲਟਰੀ ਕੈਂਪ ਦੇ ਵਿੱਚ
ਤੁਹਾਨੂੰ ਲਿਜਾਇਆ ਗਿਆ, ਤੁਸੀਂ ਦੱਸਦੇ ਹੋ ਕਿ ਪਾਣੀ ਮੰਗੇ ਤੇ ਵੀ ਮੂੰਹ ਦੇ ਵਿੱਚ ਗੋਲੀਆਂ ਵੀ ਜਿਹੜੀਆਂ ਮਾਰੀਆਂ ਗਈਆਂ, ਤਸ਼ੱਦਦ ਹੋਰ, ਕਿੰਨੀ ਦੇਰ ਤੁਸੀਂ ਮਿਲਟਰੀ ਕੈਂਪ ਦੇ ਵਿੱਚ ਰਹੇ? ਮਿਲਟਰੀ ਕੈਂਪ 'ਚ ਸਾਨੂੰ ਤਾਂ ਪਹਿਲਾਂ ਇੱਕ ਕੈਂਪ ਸੀਗਾ ਸਕੂਲ ਦੇ ਲਾਗੇ, ਪਹਿਲਾਂ ਤਾਂ ਉੱਦਾਂ ਬਾਹਰ ਹੀ ਸੁੱਟ ਛੱਡਿਆ। ਅੱਛਾ। ਵੀ ਇੰਨਾ ਹੋ ਗਿਆ ਵੀ 10 ਤਰੀਕ ਤੱਕ ਸਮਝੇ ਮਾਸ ਸੜ ਕੇ ਸਾਡਾ ਮੁਸ਼ਕ ਆਉਣ ਲੱਗ ਪਿਆ ਸਾਡੇ ਮਾਸ ਚੋਂ ਹੀ। ਧੁੱਪ ਦੇ ਵਿੱਚ ਹੀ? ਧੁੱਪ ਦੇ ਵਿੱਚ ਹੀ। ਉਹਨਾਂ ਦਿਨਾਂ 'ਚ ਧੁੱਪ ਲਾ ਲਓ, ਜੂਨ ਦੀ ਕਿੰਨੀ, ਜੂਨ ਦੀ ਮਹੀਨਾ। ਹਾਂਜੀ। ਉਹਨੂੰ ਫਿਰ ਅਮਨੀਸ਼ਨ ਦਾ ਇੰਨਾ ਪ੍ਰਦੂਸ਼ਣ ਹੋਇਆ ਸੀ। ਤੇ ਫਿਰ ਸਾਨੂੰ ਇਹਨਾਂ ਨੇ 10 ਤੋਂ ਬਾਅਦ 'ਚ ਜਦੋਂ ਇੱਧਰੋਂ ਵਿਹਲੇ ਹੋਏ ਨੇ ਫਿਰ ਸਾਨੂੰ ਇੱਕ ਸਕੂਲ 'ਚ ਲਗਾਏ ਨੇ। ਅੱਛਾ। ਅੰਮ੍ਰਿਤਸਰ ਸ਼ਹਿਰ ਦੇ? ਹਾਂ, ਹਾਂਜੀ। ਉੱਥੇ ਵਿੱਚ ਨਾਲ ਹੀ ਸੀ ਸਕੂਲ, ਸਕੂਲ ਦੀ ਬਾਹਰ ਗਰਾਊਂਡ 'ਚ ਹੀ ਸੁੱਟਿਆ ਸੀ। ਅੱਛਾ ਜੀ। ਫਿਰ ਅੰਦਰ ਸਾਨੂੰ ਲੈ ਗਏ ਕਮਰਿਆਂ 'ਚ। ਫਿਰ ਉੱਥੇ ਲਿਜਾ ਕੇ ਸਾਨੂੰ ਉਹਨੇ 10 ਤਰੀਕ ਨੂੰ ਜਾ ਕੇ ਇੱਕ ਪੂੜੀ ਤੇ ਮਾੜੇ ਮਾੜੇ ਛੋਲੇ ਜਿਹੇ ਦਿੱਤੇ। ਉਹ ਜਦੋਂ ਕਿਸੇ ਨੇ ਲੈਣ ਵਾਸਤੇ ਆਉਣਾ ਤੇ ਉਹਨੂੰ ਦੇ ਕੇ ਤੇ ਮਗਰ ਕੁੱਤੇ ਛੱਡ ਦੇਣੇ। ਅੱਛਾ ਜੀ। ਹਾਂ, ਵੀ ਬੰਦਾ ਭੱਜਣਾ, ਕਿਸੇ ਕੋਲੋਂ ਡਿੱਗ ਪੈਣਾ, ਕਿਸੇ ਕੋਲੋਂ ਨਾ, ਕਿਸੇ ਨੇ ਖਾ ਲੈਣੀ, ਕਿਸੇ ਨੂੰ ਡਿੱਗ ਪੈਣੀ। ਮਤਲਬ ਫਿਰ ਵੀ ਉੱਥੇ ਵੀ ਤੰਗ ਪਰੇਸ਼ਾਨ? ਉੱਥੇ ਵੀ ਤੰਗ ਪਰੇਸ਼ਾਨ ਕੀਤਾ। ਫਿਰ ਸਕੂਲ 'ਚ ਸਾਨੂੰ ਕੱਢ ਕੇ ਇੱਕ ਹੋਰ ਕੈਂਪ 'ਚ ਲੈ ਗਏ। ਉੱਥੇ ਵੀ ਉਹ ਜਿਵੇਂ ਅੰਦਰ ਵੜਨ ਵਾਸਤੇ ਨਾ ਜਿਵੇਂ ਦਰਵਾਜ਼ਾ ਹੁੰਦਾ, ਇੱਕ ਤੇ ਦੋ ਇਹਨਾਂ ਨੇ ਫੱਟੀਆਂ ਵਿੱਚ ਲਾਈਆਂ ਹੋਈਆਂ ਸੀ, ਥੱਲੇ ਨੂੰ ਤਿੱਖੇ ਕਿੱਲ ਲਾ ਕੇ, ਉੱਤੇ ਨੂੰ ਵੀ ਥੱਲੇ ਨੂੰ ਵੀ। ਅੱਛਾ ਜੀ। ਜੇ ਬਾਹਰ ਨਿਕਲਣ ਲੰਮਾ ਪੈ ਕੇ ਬਾਹਰ ਨਿਕਲਿਆ ਜਾ ਸਕਦਾ, ਵੀ ਬਹਿ ਕੇ ਜਾਂ ਖੜ ਕੇ ਨਹੀਂ ਅੰਦਰ ਨਿਕਲ ਸਕਦੇ। ਜੋ ਦਰਵਾਜ਼ੇ ਵਿੱਚ ਨਾ ਇੱਦਾਂ ਫੱਟੀ ਲਾ ਕੇ ਤੇ ਕਿੱਲ ਤਿੱਖੇ ਕਰਕੇ ਆਰ ਵਾਂਗੂ ਤੇ ਥੱਲੇ ਤੋਂ ਉਤਲੇ ਪਾਸੇ ਲਾਏ, ਵੀ ਕੋਈ ਬੰਦਾ ਇੱਕਦਮ ਭੱਜ ਕੇ ਨਾ ਬਾਹਰ ਨਿਕਲੇ। ਵੀ ਨੀਚੇ ਪੈ ਕੇ, ਮਤਲਬ ਪੈ ਕੇ ਅੰਦਰ ਵੜੇ ਤੇ ਪੈ ਕੇ ਹੀ ਬਾਹਰ ਨਿਕਲੇ। ਤੇ ਫਿਰ ਉੱਥੇ ਸਾਨੂੰ ਉੱਥੇ ਹੀ ਇੱਕ ਵਾਰ ਉਦੋਂ ਗੁਰਚਰਨ ਸਿੰਘ ਗਰੇਵਾਲ ਵੀ ਉੱਥੇ ਸਾਡੇ ਨਾਲ ਕੈਂਪ ਹੀ ਸੀ। ਹਾਂਜੀ। ਉਹ ਜਿਹੜੇ ਹੁਣ ਇੱਥੇ ਜਗਰਾਉਂ ਤੁਰੇ। ਹਾਂਜੀ। ਤੇ ਇੱਕ ਦਿਨ ਅਸੀਂ ਰਹਿ ਰਸ ਦਾ ਪਾਠ ਕਰੀ ਜਾਈਏ, ਰਹਿ ਰਸ ਦਾ ਪਾਠ ਕਰੀ, ਉੱਧਰੋਂ ਆ ਗਏ ਅਫਸਰ ਆ ਗਿਆ ਕੋਈ, ਫੌਜੀ ਅਫਸਰ। ਹਾਂ, ਉਹਨੇ ਬਾਹਰ ਕੱਢਣੇ ਸ਼ੁਰੂ ਕਰਤੇ ਸਾਰੇ। ਤੇ ਮੈਂ ਰਹਿ ਰਸ ਦਾ ਪਾਠ ਕਰਕੇ ਅਰਦਾਸ ਸ਼ੁਰੂ ਕਰਤੀ। ਉਹ ਆਵਾਜ਼ਾਂ ਮਾਰੇ, ਫਿਰ ਮੈਂ ਤਾਂ ਅਰਦਾਸ ਕਰੇ ਬਗੈਰ ਆਉਣਾ ਨਹੀਂ ਸੀ। ਹਾਂਜੀ। ਤੁਹਾਨੂੰ ਮਤਲਬ ਆਵਾਜ਼ ਉਹਨਾਂ ਦੀ ਸੁਣ ਗਈ ਸੀ? ਸੁਣ ਗਈ ਸੀ ਜੀ। ਮੈਂ ਤੇ ਇੱਕ ਹੋਰ ਇੱਥੇ ਹਰਚਰਨ ਸਿੰਘ ਬਾਬਾ ਨਾਭੇ ਤੋਂ ਸੀ, ਰਾਮਗੜ੍ਹ ਤੋਂ। ਹਾਂਜੀ। ਉਹ ਅਸੀਂ ਦੋਵੇਂ ਜਣੇ, ਫਿਰ ਮੈਂ ਅਰਦਾਸ ਕਰਦਾ ਰਹੇ ਤੇ ਉਹ ਕੋਲ ਖੜਾ ਰਿਹਾ ਹੱਥ ਜੋੜ ਕੇ। ਤੇ ਜਦੋਂ ਅਰਦਾਸ ਦੀ ਸਮਾਪਤੀ ਹੋਈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਕਹਿ ਕੇ ਬਾਹਰ ਨਿਕਲੇ ਆ। ਜਿਹੜੇ ਬਾਹਰ ਸੀ ਉਹਨਾਂ ਨੂੰ ਅੰਦਰ ਵਾੜ ਲਿਆ, ਫਿਰ ਸਾਨੂੰ ਬਾਹਰ ਰੱਖ ਲਿਆ। ਅੱਛਾ। ਫਿਰ ਉਹਨਾਂ ਨੇ ਆਪਣੀ ਤਸੱਲੀ ਕੀਤੀ ਪੂਰੀ, ਕੁੱਟਮਾਰ ਕੀਤੀ? ਬਹੁਤ ਕੁੱਟਿਆ। ਸਿੱਖ ਫੌਜੀ ਸੀਗੇ ਉਹ? ਨਾ ਨਾ, ਦੂਜੇ ਹੀ ਸੀ। ਦੂਜੇ ਸੀ। ਉਹਨੇ ਫਿਰ ਮੇਰੀ ਪਸਲੀ ਟੁੱਟ ਗਈ ਸੀ। ਅੱਛਾ। ਤੇ ਉੱਦਾਂ ਹੀ ਫਿਰ ਉਹਨਾਂ ਨੇ ਇੱਥੋਂ ਤੱਕ ਵੀ ਮਰਿਆ ਸਮਝ ਕੇ ਉਹ ਕਹਿੰਦਾ ਐਂ ਕਰੋ, ਇਨਕੋ ਉਠਾ ਕਰਨਾ, ਉਹ ਜਿਵੇਂ ਨਾ ਲੋਹੇ ਦੀ ਤਾਰਾਂ ਦੇ ਜਾਲ ਜਿਹਾ ਬਣਾਇਆ ਹੁੰਦਾ ਆਲੇ ਦੁਆਲੇ ਫੈਂਸ ਬਣਾਉਣ ਵਾਸਤੇ, ਕਿ ਉਸਕੇ ਉੱਪਰ घेर के ना पीछे से गोली मार दो, भागने लगा तो मार दिया। ਮਤਲਬ ਕਿ ਭੱਜਣ ਲੱਗਿਆ ਸੀ ਕਿ ਐਨਕਾਊਂਟਰ ਬਣਾ ਦੋ, ਮੁਕਾਬਲਾ। ਹਾਂ ਵੀ ਭੱਜਣ। ਉਹ ਉਹਨੇ ਚਿਰ ਤੱਕ ਮੈਨੂੰ, ਮੈਂ ਉਹ ਜਿਹੜਾ ਉਹ ਚੱਲ ਗਿਆ ਕਹਿ ਕੇ, ਤੇ ਜਿਹੜਾ ਦੂਜਾ ਫੌਜੀ ਸੀ ਤੇ ਉਹਨੇ ਦੇਖਿਆ ਵੀ ਹਲੇ ਜਿਉਂਦਾ, ਮੈਨੂੰ ਕਹਿੰਦਾ ਜਿਉਂਦਾ, ਮੈਂ ਹਾਂ ਜਿਉਂਦਾ। ਫਿਰ ਮਾੜਾ ਜਿਹਾ ਪਾਣੀ ਪਾਇਆ ਮੇਰੇ ਮੂੰਹ 'ਚ, ਫਿਰ ਉਹਨੂੰ ਤੇ ਮੈਨੂੰ ਅੰਦਰ ਕਰਤਾ ਬਾਬਾ। ਫਿਰ ਮਤਲਬ ਉਹ ਹੁਕਮ ਨਹੀਂ ਮੰਨਿਆ ਗਿਆ ਜੋ? ਹਾਂ, ਫਿਰ ਉਹਨਾਂ ਨੇ ਕਰਤਾ ਵੀ ਜਿਉਂਦਾ ਕਰਕੇ ਮੈਨੂੰ ਅੰਦਰ ਵਾੜਤਾ। ਫਿਰ ਕਿੰਨੀ ਦੇਰ ਤੁਸੀਂ ਕੈਂਪ ਦੇ ਵਿੱਚ ਰਹਿੰਦੇ ਹੋ, ਅਲੱਗ-ਅਲੱਗ ਕੈਂਪਸ ਦੇ ਵਿੱਚ ਰਹਿੰਦੇ ਹੋ, ਤੇ ਜਿਹੜਾ ਤਸ਼ੱਦਦ ਤੁਸੀਂ ਦੱਸ ਰਹੇ ਹੋ ਫਿਰ ਇਸ ਤਰ੍ਹਾਂ ਹੀ ਰਹਿੰਦਾ ਜਾਂ ਕੁਝ ਢਿੱਲ ਵੀ ਇਸ ਦੇ ਵਿੱਚ ਆਉਂਦੀ ਸਮੇਂ ਦੇ ਨਾਲ? ਨਾ, ਢਿੱਲ ਤੇ ਕੋਈ ਨਹੀਂ ਰਹੀ। ਫਿਰ ਸਾਨੂੰ ਇੱਥੋਂ ਨਾਭਾ ਜੇਲ੍ਹ 'ਚ ਲੈ ਗਏ। ਕਿਹੜੇ ਮਹੀਨੇ ਦੇ ਵਿੱਚ ਸਾਨੂੰ ਲਗਾਏ ਨੇ ਉੱਥੇ? ਨਾਭਾ ਜੇਲ੍ਹ ਦੇ ਵਿੱਚ ਸਤੰਬਰ 'ਚ ਲਗਭਗ। ਜੂਨ ਤੋਂ ਲੈ ਕੇ ਮਤਲਬ ਸਤੰਬਰ ਤੱਕ ਤੁਸੀਂ ਕੈਂਪ ਦੇ ਵਿੱਚ ਰਹੇ? ਹਾਂ, ਫਿਰ ਸਤੰਬਰ ਤੋਂ 20 ਮਾਰਚ ਤੱਕ ਅਸੀਂ ਨਾਭਾ ਜੇਲ੍ਹ ਰਹੇ ਹਾਂ ਜੀ। ਨਾਭਾ ਜੇਲ੍ਹ ਵਿੱਚ ਫਿਰ ਉੱਥੋਂ ਸਾਨੂੰ 20 ਤੋਂ ਸ਼ਾਇਦ ਪਹਿਲਾਂ ਸੀ, 20 ਸਾਡੀ ਤਰੀਕ ਸੀ ਜੋਧਪੁਰ ਜੇਲ੍ਹ 'ਚ ਰਾਜਸਥਾਨ 'ਚ ਨਾ। ਸਾਡੀ 20 ਤਰੀਕ ਸੀ, ਪਹਿਲੀ ਤਰੀਕ ਜਿਹੜੀ ਸਾਨੂੰ ਉੱਥੇ ਪਈ ਸੀ ਨਾ। ਤੇ ਸਾਡੇ ਤੇ ਉਹਨਾਂ ਨੇ ਕੇਸ ਪਾਇਆ ਸੀ ਆਪਣੇ ਦੇਸ਼ ਦੀ ਫੌਜ ਨਾਲ ਹਥਿਆਰਬੰਦ ਬਗਾਵਤ। ਅੱਛਾ, ਤੁਹਾਡੇ ਪਰ? ਜਿਹਨੂੰ ਵੇਜਿੰਗ ਵਾਰ ਕਹਿੰਦੇ ਆ। ਤੇ ਉਹਦੇ ਵਿੱਚ ਸਜ਼ਾ ਸੀ ਫਾਂਸੀ ਬਹੁਤਿਆਂ ਨੂੰ, ਤੇ ਜੇ ਕਿਸੇ ਨਾਲ ਨਰਮਾਈ ਆ ਤਾਂ ਟਿਲ ਡੈਥ। ਟਿਲ ਡੈਥ? ਹਾਂ, ਵੀ ਜਿੰਨਾ ਚਿਰ ਮਰੂਗਾ ਨਹੀਂ ਉਹਨਾਂ ਚਿਰ ਜੇਲ੍ਹ 'ਚ ਹੀ ਰਹੂਗਾ, ਪਰ ਫਾਂਸੀ ਨਹੀਂ ਦਿੱਤੀ ਜਾਏਗੀ, ਡੈਡ ਬੋਡੀ ਬਾਹਰ ਜਾਏਗੀ। ਅੱਛਾ ਜੀ। ਫਿਰ ਇਹ ਸਾਡੇ ਤੇ ਕਾਫੀ ਉੱਥੇ ਚੱਲਦਾ ਰਿਹਾ। ਤੇ ਇੱਕ ਕਾਨੂੰਨ ਸੀ ਸਰਕਾਰ ਦਾ ਵੀ 100 ਕਿਲੋਮੀਟਰ ਦੇ ਅੰਦਰ ਸਾਡੇ ਸਪੈਸ਼ਲ ਕੋਰਟ ਜੇਲ੍ਹ 'ਚ ਹੀ ਬਣਾਈ ਸੀ ਕੋਰਟ। ਅੱਛਾ ਜੀ। ਜੋਧਪੁਰ ਜੇਲ੍ਹ ਦੀ ਇਹ ਗੱਲ ਕਰਦੇ? ਹਾਂ, ਉੱਥੇ ਸਪੈਸ਼ਲ ਕੋਰਟ ਬਣਾਈ ਸੀ। ਤੇ ਜਦੋਂ ਸਾਨੂੰ ਲੈ ਕੇ ਗਏ ਨੇ ਨਾ, ਹਾਂਜੀ, ਸਾਡੇ ਹੱਥ ਕੜੀਆਂ ਲਾ ਕੇ, ਪੁੱਠੀਆਂ ਬੇੜੀਆਂ ਲਾ ਕੇ, ਉੱਤੇ ਬੁਰਕੇ ਪਾ ਕੇ, ਫਿਰ ਸਾਨੂੰ ਇੱਥੋਂ ਪਟਿਆਲੇ ਤੋਂ ਚੜਾਇਆ ਜਹਾਜ਼ ਤੇ। ਅੱਛਾ, ਬਾਈ ਏਅਰ ਗਏ? ਬਾਈ ਏਅਰ ਲੱਗੇ ਸਾਨੂੰ ਇੱਥੋਂ।
ਮਤਲਬ ਤੁਹਾਨੂੰ ਕੁਝ ਨਹੀਂ ਦਿਖ ਰਿਹਾ ਆਲੇ ਦੁਆਲੇ ਕਿ ਕੀ ਹੋ ਰਿਹਾ ਕੀ ਨਹੀਂ? ਉਹਦਾ ਬੰਨ ਕੇ ਬੇੜੀਆਂ ਹੱਥਕੜੀਆਂ ਸਾਰਾ ਲਾ ਕੇ ਤੇ ਫਿਰ ਉਹ ਲੈ ਕੇ ਗਏ ਜੀ। ਉੱਥੇ ਫਿਰ ਉਹ ਸੀਗਾ ਕਾਨੂੰਨ ਵੀ 100 ਕਿਲੋਮੀਟਰ ਤੋਂ ਨੇੜੇ ਵਾਰਦਾਤ ਹੋਣੀ ਚਾਹੀਦੀ, ਦੂਰ ਨਹੀਂ ਹੋਣੀ ਚਾਹੀਦੀ ਜਿੱਥੇ ਸਪੈਸ਼ਲ ਕੋਰਟ ਬਣਾਉਣੀ ਆ, ਜਾਂ ਜਿਨ੍ਹਾਂ ਨੇ ਕੀਤੀ ਉਹਨਾਂ ਦਾ ਐਡਰੈਸ 100 ਤੋਂ ਜ਼ਿਆਦਾ। ਫਿਰ ਕਿੱਥੇ ਰਾਜਸਥਾਨ ਤੇ ਕਿੱਥੇ ਦਰਬਾਰ ਸਾਹਿਬ, ਕਾਫੀ ਦੇਰ 'ਚ ਫਿਰ ਇਹਨੇ ਸਰਕਾਰ ਨੇ ਕਾਨੂੰਨ ਹੀ ਪਾਸ ਕਰਤਾ ਵੀ ਜਿਹੜਾ ਕਿਤੇ ਮਰਜ਼ੀ ਹੋਵੇ ਭਾਰਤ ਵਿੱਚ ਜਿੱਥੇ ਮਰਜ਼ੀ ਸਪੈਸ਼ਲ ਕੋਰਟ ਬਣਾ ਸਕਦੇ ਆ। ਅੱਛਾ, ਫਿਰ ਉਸ ਤੋਂ ਬਾਅਦ ਮਤਲਬ ਤੁਹਾਡੇ ਕੇਸ ਤੋਂ ਬਾਅਦ ਜਿਹੜੀ ਇਹ ਕਾਨੂੰਨ ਪਾਸ ਹੋਇਆ। ਫਿਰ ਇੱਕ ਹੋਰ ਕਾਨੂੰਨ ਫਿਰ ਇੱਕ ਗੱਲ ਤੇ ਹੋਰ ਅੜ ਗਿਆ ਆ ਕੇ, ਸਾਨੂੰ ਹਲੇ ਸਜ਼ਾਵਾਂ ਸੁਣਾਉਣੀਆਂ ਸੀ, ਉਧਰ ਫਿਰ ਅੜ ਗਿਆ ਕੰਮ ਇਹ, ਉਹ ਕਹਿੰਦੇ ਵੀ ਜਿਹੜੇ ਗਵਾਹ ਨੇ ਸਾਡੇ ਪਰਦੇ ਪਿੱਛੇ ਭੁਗਤਣਗੇ। ਅੱਛਾ, ਮਤਲਬ ਸਾਹਮਣੇ ਨਹੀਂ ਆਉਣਗੇ? ਸਾਹਮਣੇ ਨਹੀਂ ਆਉਣਗੇ। ਫਿਰ ਉਹ ਕੇਸ ਲੰਮਕਦਾ ਗਿਆ, ਉਹਨੇ ਜਦ ਤੱਕ ਸਾਡੇ ਤੇ ਕੋਈ ਸਜ਼ਾ ਹੋਈ ਨਾ ਕੋਈ, ਤੇ ਫਿਰ ਜੇ USA ਵਿੱਚ ਕੋਈ 40 MPਆਂ ਨੇ ਕਹਿੰਦੇ ਸਾਈਨ ਕੀਤੇ ਸੀ, ਇੱਕ ਸਭਾ ਬਣੀ ਹੈ ਸ਼ਾਂਤੀ ਸਭਾ ਕੋਈ ਕੁਝ ਦੇਸ਼ਾਂ ਦੀ, ਉਹਦੀ ਇੰਦਰਾ ਗਾਂਧੀ ਚੇਅਰਮੈਨ ਵੀ ਰਹੀ ਆ, ਤੇ ਉਹਨਾਂ ਦਾ ਇਹ ਸੀ ਵੀ ਕਹਿੰਦੇ ਵੀ ਜਾਂ ਤਾਂ ਜਿਹੜੇ ਜੋਧਪੁਰ ਜੇਲ੍ਹ 'ਚ ਬੰਦ ਨੇ ਉਹਨਾਂ ਨੂੰ ਛੱਡੋ, ਨਹੀਂ ਤਾਂ ਤੁਹਾਨੂੰ ਇਹ 'ਚੋਂ ਡਿਸਮਿਸ ਕਰ ਦਾਂਗੇ ਸ਼ਾਂਤੀ ਸਭਾ 'ਚੋਂ, ਫਿਰ ਤੁਹਾਨੂੰ ਕੱਢ ਦਿਆਂਗੇ। ਮਤਲਬ ਭਾਰਤ ਸਰਕਾਰ ਅਮਰੀਕਾ ਨੇ ਜ਼ੋਰ ਪਾਇਆ। ਅਮਰੀਕਾ ਨੇ ਜ਼ੋਰ ਪਾਇਆ। ਫਿਰ ਇਹਨਾਂ ਸਾਨੂੰ ਉੱਥੇ ਜਾ ਕੇ 5 ਸਾਲ ਪੌਣੇ 5 ਸਾਲ ਬਾਅਦ ਸਾਨੂੰ ਛੱਡਿਆ, ਤੇ ਫਿਰ ਸਾਨੂੰ ਕਹਿੰਦੇ ਤੁਸੀਂ ਜਾ, ਪਹਿਲਾਂ 40 ਸਿੰਘ ਛੱਡੇ, ਫਿਰ 137 ਜਿਨ੍ਹਾਂ 'ਚ ਮੈਂ ਦੂਜੇ ਗਰੁੱਪ 'ਚ ਮੈਂ ਆਇਆ ਸਾਂ। ਅੱਛਾ, ਦੂਜੇ ਗਰੁੱਪ 'ਚ ਉਹ ਫਿਰ ਸਾਨੂੰ ਕੱਢ ਕੇ ਜੇਲੋਂ ਬਾਹਰ ਤੇ ਕਹਿੰਦੇ ਜੀ ਜਾਓ। ਅਸੀਂ ਕਿਹਾ ਇਹ ਨਹੀਂ ਜਾਂਦੇ, ਅਸੀਂ ਜਹਾਜ਼ ਤੇ ਲੈਂਦੇ, ਜਹਾਜ਼ ਤੇ ਛੱਡ ਕੇ ਆਓ। ਅੱਛਾ, ਅੜ ਗਏ ਸਿੰਘ ਸਾਰੇ ਉੱਥੇ। ਅੱਛਾ, ਸਾਰਿਆਂ ਨੇ ਮਤਲਬ ਸਲਾਹ ਬਣਾ ਲਈ ਬਾਈ 에ਅਰ ਸਾਨੂੰ ਛੱਡ ਕੇ ਆਓ। ਹਾਂ, ਵੀ ਲੈ ਕੇ ਜਦੋਂ ਸਾਨੂੰ ਜਹਾਜ਼ ਤੇ ਆਏ ਫਿਰ ਜਾਵਾਂਗੇ, ਅਸੀਂ ਜਹਾਜ਼ ਤੇ ਇੱਦਾਂ ਜਾਂਦੇ ਨਹੀਂ ਅਸੀਂ। ਹਾਂਜੀ, ਉਹ 2 ਦਿਨ ਸਾਨੂੰ ਉੱਥੇ ਰੱਖਿਆ, ਜਹਾਜ਼ ਦਾ ਪ੍ਰਬੰਧ ਕਰਦੇ ਰਹੇ, ਕੋਈ ਮਿਲਿਆ ਨਾ ਉਹਨਾਂ ਨੂੰ। ਫਿਰ ਉਹਨਾਂ ਨੇ ਫੌਜੀਆਂ ਦਾ ਹੀ ਸੀ ਕੋਈ ਸਮਾਨ ਸਮੂਨ ਢੋਣ ਵਾਲਾ ਜਹਾਜ਼, ਤੇ ਉਹ 'ਚ ਹੀ ਸਾਨੂੰ ਵਾੜਤਾ ਸਿੱਧਾ ਉੱਦਾਂ ਹੀ। ਅੱਛਾ, ਮਤਲਬ ਫਿਰ ਆਪਣੀ ਅੜੀ ਬਣਾ ਕੇ ਆਏ ਉੱਥੋਂ ਕਿ ਬਾਈ 에ਅਰ ਜਾਵਾਂਗੇ। ਹਾਂ, ਉਹ ਸਾਨੂੰ ਉਹਨਾਂ ਨੇ ਫਿਰ ਉੱਥੋਂ ਚੰਡੀਗੜ੍ਹ ਲਿਆ ਕੇ ਉਤਾਰਿਆ। ਜਦੋਂ ਰਾਹ 'ਚ ਆਏ, ਉਹ ਜਹਾਜ਼ ਦੇਸੀ ਜਹਾਜ਼ ਸੀ, ਉਹਦੀ ਖਿੜਕੀ ਖੁੱਲ ਗਈ, ਉਹ ਗੋਲ ਜੀ ਲੱਗੀ ਸੀ, ਉਹ ਡਿੱਗ ਪਈ ਥੱਲੇ ਜਦੋਂ ਅੰਦਰ ਨੂੰ ਹਵਾ ਦੇ ਵਿੱਚ ਹਵਾ 'ਚ ਉੱਡਿਆ। ਤੇ ਉਹ ਸਾਨੂੰ ਹੋ ਗਿਆ ਵੀ ਇਹ ਸ਼ਾਇਦ ਮਾਰਨਗੇ ਵੀ ਜਿਹੜਾ ਇਸ ਤਰ੍ਹਾਂ ਇਹਨਾਂ ਉੱਤੇ ਚੜਾ ਕੇ ਕਰ ਰਹੇ ਹਨ। ਤੇ ਉਹ ਕਮਾਂਡੋ ਜੀ, ਕਾਫੀ ਕਮਾਂਡੋ ਵੀ ਨਾਲ ਸੰਦਰ ਸਾਡੇ। ਅੱਛਾ, ਸਿਕਿਉਰਿਟੀ ਵਾਲੇ। ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ, ਸਿੰਘ ਕਹਿੰਦੇ ਵੀ ਨੇੜੇ ਨੇੜੇ ਹੋ ਜਾਓ ਇਹਨਾਂ ਦੇ, ਵੀ ਜੇ ਨਾ ਕਿਤੇ ਆਪ ਚਲੇ ਜਾਣ ਤੇ ਨਾਲ ਫੜਨਾ ਇਹਨਾਂ ਨੂੰ ਤੁਸੀਂ। ਹਾਂਜੀ, ਤੇ ਫਿਰ ਆ ਕੇ ਸਾਨੂੰ ਇੱਥੇ ਲਾਇਆ ਇਹਨਾਂ ਨੇ। ਅੱਛਾ, ਤੇ ਬਾਬਾ ਜੀ ਥੋੜੀ ਜੀ, ਕਿਉਂਕਿ ਸਮਾਪਤੀ ਵੱਲ ਆਪਾਂ ਨੇ ਇੰਟਰਵਿਊ ਕਰਨੀ ਆ, ਦਰਬਾਰ ਸਾਹਿਬ ਦੇ ਵਿੱਚ ਵੀ ਸੰਗਤ ਜਿਹੜੀ ਸ਼ਹੀਦ ਹੋਈ, ਖਾੜਕੂ ਸਿੰਘ ਵੀ ਸ਼ਹੀਦ ਹੋਏ, ਕੈਂਪਾਂ ਦੇ ਵਿੱਚ ਕਿੰਨੀ ਕੁ ਸੰਗਤ ਤੁਹਾਡੇ ਸਾਹਮਣੇ ਜਿਹੜੀ ਮਾਰੀ ਗਈ? ਤੁਸੀਂ ਦੱਸ ਦਿਓ ਕਿ ਮੂੰਹ ਦੇ ਵਿੱਚ ਵੀ ਗੋਲੀ ਮਾਰੀ ਗਈ। ਸਾਡੇ ਸਾਹਮਣੇ ਤਾਂ 5-7 ਕੀ ਮਾਰੇ ਸਨ। ਅੱਛਾ, ਉੱਦਾਂ ਹੋਰ ਕਾਫੀ ਮਰੇ ਨੇ ਇਹਨਾਂ ਨੇ, ਕੋਈ ਪਾਣੀ ਤੋਂ, ਕੋਈ ਉਸ ਤਰ੍ਹਾਂ, ਕੋਈ ਕੁੱਟਮਾਰ ਤੋਂ। ਉਹਨਾਂ ਨੇ ਕਿਹੜਾ ਦੇਖਣਾ, ਜੇ ਜਦੋਂ ਲੰਮੇ ਪਏ ਸਾਂ ਥੋੜਾ ਵੀ ਉਹਨਾਂ ਦੇਖਣਾ ਕਿਤੇ ਲੱਤ ਤੇ ਪੈਰ ਰੱਖਿਆ ਗਿਆ, ਬਾਂਹ ਤੇ ਰੱਖਿਆ ਗਿਆ, ਜੇ ਬੂਟ ਪਾਏ ਨੇ ਇੱਦਾਂ ਵਿੱਚ ਨਿਕਲ ਕੇ ਜਾ ਰਹੇ ਨੇ। ਹਾਂ, ਕੋਈ ਲਿਹਾਜ਼ ਨਹੀਂ ਸੀ ਨਾ ਮੈਨੂੰ। ਬਿਲਕੁਲ। ਤੇ ਹੁਣ 37 ਸਾਲ ਹੋ ਚੁੱਕੇ ਨੇ ਵਰਤਾਰਾ ਨਿਕਲੇ ਨੂੰ, ਤੁਸੀਂ ਜੇਲ੍ਹ ਵੀ ਕੱਟ ਲਈ, ਸਰੀਰ ਦੇ ਉੱਪਰ ਕਸ਼ਟ ਵੀ ਜਿਹੜੇ ਸਹਿਲੇ, ਮੁਕਾਬਲਾ ਵੀ ਕੀਤਾ। ਅੱਜ ਜਦੋਂ ਉਹ ਵੇਲਾ ਯਾਦ ਆਉਂਦਾ ਹੈ ਤਾਂ ਕੀ ਸੋਚਦੇ ਹੋ? ਕੋਈ ਪਛਤਾਵਾ ਜਾਂ ਇੱਕ ਮਾਣ ਹੁੰਦਾ ਕਿ ਚਲੋ ਮੈਂ ਸੰਤ ਜਰਨੈਲ ਸਿੰਘ ਜੀ ਦੇ ਨਾਲ ਲੜਿਆ? ਨਹੀਂ, ਸਾਨੂੰ ਬੜਾ ਫਖਰ ਹੁੰਦਾ। ਅਸੀਂ ਆਪਣੇ ਆਪ ਨੂੰ ਵੱਡੇ ਭਾਗੀ ਸਮਝਦੇ ਹਾਂ ਵੀ ਜਿਨ੍ਹਾਂ ਨੇ ਸੰਤ ਬਾਬਾ, ਜਿਨ੍ਹਾਂ ਦੇ ਨਾਂ ਸੁਣਦੇ ਹੀ ਜਿਹੜਾ ਸਿੱਖ ਹੈ ਨਾ ਰੌਂਗਟੇ ਖੜੇ ਹੋ ਜਾਂਦੇ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਦਾ। ਤੇ ਸਾਨੂੰ ਇਸ ਗੱਲ ਦਾ ਮਾਣ ਹੈ, ਫਖਰ ਹੈ ਕਿ ਅਸੀਂ ਉਹਨਾਂ ਦੇ ਨਾਲ ਰਹੇ ਹਾਂ, ਤੇ ਸਾਨੂੰ ਕੋਈ ਪਛਤਾਤਾਪ ਨਹੀਂ, ਮਾਣ ਹੈ ਇਸ ਗੱਲ ਦਾ ਜ਼ਰੂਰ ਹੈ ਵੀ ਅਸੀਂ ਸੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ ਵਿੱਚ ਜਿਹੜੇ ਗੁਰਧਾਮਾਂ ਦੀ ਰੱਖਿਆ ਵਾਸਤੇ ਇਹ ਸਾਰਾ ਕੁਝ ਕੀਤਾ। ਜੀ, ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਗੱਲਬਾਤ ਕਰਨ ਦੇ ਲਈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦਰਸ਼ਕੋ, ਬਾਬਾ ਮਨਮੋਹਨ ਸਿੰਘ ਜੀ ਅੱਜ ਕੱਲ੍ਹ ਪਿੰਡ ਬਾਰਨ, ਜ਼ਿਲ੍ਹਾ ਪਟਿਆਲਾ ਦੇ ਵਿੱਚ ਸੇਵਾ ਕਰ ਰਹੇ ਨੇ। ਗੱਤਕੇ ਦੀ ਟ੍ਰੇਨਿੰਗ ਜਿਹੜੀ ਦਿੰਦੇ ਨੇ, ਗੁਰਮਤਿ ਸੰਗੀਤ ਦੀ ਜਿਹੜੀਆਂ ਕਲਾਸਿਸ ਨੇ ਬਾਬਾ ਜੀ ਲਗਵਾਉਂਦੇ ਨੇ। 1984 ਦਾ ਵਰਤਾਰਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਵੀ ਬਾਬਾ ਜੀ ਨੇ ਸਾਡੇ ਨਾਲ ਸਾਂਝਾ ਕੀਤਾ ਕਿ ਉੱਥੇ ਕਿਸ ਤਰ੍ਹਾਂ ਫੌਜ ਵੱਲੋਂ, ਬਾਬਾ ਜੀ ਵੱਲੋਂ ਇੰਜਾਮ ਲਗਾਏ ਗਏ ਨੇ ਕਿ ਕਿਸ ਤਰ੍ਹਾਂ ਫੌਜ ਵੱਲੋਂ ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਗਿਆ, ਬਰਸਟ ਮਾਰੇ ਗਏ, ਕਿਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ 3 ਤਰੀਕ ਨੂੰ, ਭਾਈ ਅਮਰੀਕ ਸਿੰਘ ਜੀ ਨਾਲ ਮੁਲਾਕਾਤ 5 ਤਰੀਕ ਨੂੰ ਹੁੰਦੀ, ਉਹਨਾਂ ਦੇ ਕੀ ਬੋਲ ਸੀ, ਕੀ ਇਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ। ਸੋਚਣ ਵਾਲੀ ਗੱਲ ਇਹ ਆ ਕਿ ਕਿਉਂ ਉਸ ਟਾਈਮ ਦੇ ਨੌਜਵਾਨਾਂ ਨੂੰ ਹਥਿਆਰਬੰਦ ਸੰਘਰਸ਼ ਸਰਕਾਰ ਦੇ ਖਿਲਾਫ ਵਿੱਢਣਾ ਪੈ ਗਿਆ।
ਸੋਚਣ ਵਾਲੀ ਗੱਲ ਹੈ ਕਿ ਇਹ ਮਸਲਾ ਐਡੇ ਵੱਡੇ ਅਟੈਕ ਦੇ ਨਾਲ ਹੀ ਹੱਲ ਹੋ ਸਕਦਾ ਸੀ, ਕਿਤੇ ਕੋਈ ਗੱਲਬਾਤ ਦੇ ਨਾਲ ਇਹ ਹੱਲ ਹੋ ਸਕਦਾ ਸੀ। ਮਸਲਾ ਸੋਚਣਾ ਚਾਹੀਦਾ। ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਬਾਬਾ ਜੀ ਵਰਗੇ ਉਸ ਸਮੇਂ ਦੇ ਨੌਜਵਾਨ ਜੇਕਰ ਹਥਿਆਰ ਚੱਕਦੇ ਨੇ ਤਾਂ ਅੱਜ ਕੱਲ੍ਹ ਅਜਿਹੀ ਸਥਿਤੀ ਨਾ ਬਣੇ ਕਿ ਨੌਜਵਾਨਾਂ ਨੂੰ ਜਿਹੜਾ ਹਥਿਆਰਬੰਦ ਸੰਘਰਸ਼ ਦੇ ਵਿੱਚ ਕੁੱਦਣਾ ਪਵੇ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਸੀਂ ਤੁਹਾਤੋਂ ਆਗਿਆ ਲਵਾਂਗੇ ਜੋ 1984 ਦੇ ਵਿੱਚ ਸ਼ਹੀਦ ਹੋਏ ਨੇ। ਦਰਬਾਰ ਸਾਹਿਬ ਦੀ ਵਿੱਚ ਆਮ ਸੰਗਤ ਜਿਹੜੀ ਅਕਾਲ ਤਖਤ ਸਾਹਿਬ ਦੇ ਵਿੱਚ ਸ਼ਹੀਦ ਹੋਈ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਤੁਹਾਤੋਂ ਆਗਿਆ ਲੈਂਦੇ। ਪ੍ਰਾਈਡ ਪੰਜਾਬ TV ਦੇਖਦੇ ਰਹੋ। ਮੈਨੂੰ ਦਿਓ ਇਜਾਜ਼ਤ। ਧੰਨਵਾਦ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।